हम ना सकत कर सिफत तुम्हारी, आप लिहो तुम कथा सुधारी। सतनाम श्री वाहिगुरु साहिब जी दोहरा। गाडे बड़े जो शरामै, मानी मूड़ गवार। ਨੋ ਰੰਗ ਕੋ ਸਿਖਰਾ ਵਹੀ, ਕਰ ਨਿਜ ਦੀਨ ਹੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਸੰਧਿਆ ਦੇ ਦੀਵਾਨ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸਜੇ ਹਨ। ਆਪ ਜੀ ਨੇ ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਸਾਹਿਬ ਜੀ ਦੀ ਪਾਵਨ ਕਥਾ ਨਾਲ ਜੁੜੀਏ। ਔਰੰਗਜ਼ੇਬ ਪਾਤਸ਼ਾਹ ਨੇ ਬਹੁਤ ਜ਼ੁਲਮ ਕੀਤੇ ਹਨ। ਉਹਨਾਂ ਨੇ ਮੁਸਤਰਕਾਂ ਨੇ ਜਾ ਕੇ ਪਹਿਲਾਂ ਮਥੁਰਾ ਦੇ, ਫਿਰ ਜੈਪੁਰ ਦੇ ਮੰਦਰ ਢਾਏ, ਫਿਰ ਪੁਸ਼ਕਰ ਦਾ ਮੰਦਰ ਸਰੋਵਰ ਉਸ ਦੀ ਬੇਅਦਬੀ ਕੀਤੀ, ਅਤੇ ਫਿਰ ਅਜਮੇਰ ਸ਼ਰੀਫ ਜੋ ਖਵਾਜਾ ਮੁਸਲਮਾਨਾਂ ਦਾ ਸਥਾਨ ਹੈ, ਉੱਥੋਂ ਦੇ ਮਜਾਵਰਾਂ ਦੀ ਵੀ ਤਾੜਨਾ ਇਸ ਕਰਕੇ ਕੀਤੀ ਕਿ ਉਹਨਾਂ ਨੇ ਦਾਰਾ ਸ਼ਿਕੋਹ ਦੀ ਕਮਾਨ ਚੜ੍ਹਾਈ ਸੀ। ਉਹ ਦਾਰਾ ਸ਼ਿਕੋਹ ਦੇ ਪੱਖੀ ਸਨ ਔਰ ਉਹਨਾਂ ਨੇ ਇੱਕ ਪਖੰਡ ਵੀ ਰਚਿਆ ਹੋਇਆ ਸੀ ਜੋ ਸੁਰੰਗ ਦੇ ਦੁਆਰਾ ਇੱਕ ਕਮਰੇ ਵਿੱਚ ਆ ਕੇ ਕਮਾਨ ਚੜ੍ਹਾ ਜਾਂਦੇ ਸਨ ਅਤੇ ਨਾਂ ਖਵਾਜਾ ਜੀ ਦਾ ਕਰ ਦਿੰਦੇ ਸਨ। ਇਸ ਕਰਕੇ ਉਹਨਾਂ ਦਾ ਇਹ ਪਖੰਡ ਜ਼ਾਹਰ ਹੋ ਗਿਆ। ਸੋ ਸਾਧ ਸੰਗਤ ਜੀ, ਇਹਨਾਂ ਦੀ ਇਹ ਕਥਾ ਆਪਾਂ ਪਿੱਛੇ ਸਰਵਣ ਕਰ ਚੁੱਕੇ ਹਾਂ। ਔਰੰਗਜ਼ੇਬ ਹੁਣ ਕਾਸ਼ੀ ਵੱਲ ਜਾਏਗਾ, ਉਹ ਕਥਾ ਅੱਜ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਗਾਡੇ ਬੜੇ ਜੋ ਸ਼ਰਾਮਹਿ, ਜਿਹੜੇ ਸ਼ਰ੍ਹਾ ਵਿੱਚ ਆਪਣੇ ਆਪ ਨੂੰ ਬੜੇ ਮਜ਼ਬੂਤ ਸਮਝਦੇ ਹਨ ਵੀ ਅਸੀਂ ਬੜੇ ਪੱਕੇ ਹਾਂ। ਮਾਨੀ ਮੂੜ ਗਵਾਰ, ਮਾਨੀ ਹਨ, ਹੰਕਾਰੀ ਹਨ, ਗਵਾਰ ਬਿਰਤੀ ਹੈ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਵੀ ਸ਼ਰ੍ਹਾ ਤਾਂ ਕੇਵਲ ਇੱਕ ਸਾਧਨ ਹੁੰਦਾ ਪਰਮਾਤਮਾ ਤੱਕ ਪਹੁੰਚਣ ਦਾ। ਇਹ ਮੰਜ਼ਿਲ ਨਹੀਂ ਹੈ, ਇਹ ਤਾਂ ਰਸਤੇ ਦੇ ਪੜਾਅ ਹਨ। ਹੌਲੇ ਹੌਲੇ ਤੁਰਦੇ ਤੁਰਦੇ ਜਿਹੜੀ ਮੰਜ਼ਿਲ ਤੇ ਪਹੁੰਚਣਾ ਹੈ, ਉੱਥੇ ਤਾਂ ਇਹ ਸ਼ਰ੍ਹਾ ਰਹਿੰਦੀ ਕੋਈ ਨਹੀਂ। ਇਸ ਗੱਲ ਦਾ ਇਹਨਾਂ ਲੋਕਾਂ ਨੂੰ, ਮੂਰਖਾਂ ਨੂੰ ਸਮਝ ਗਿਆਨ ਨਹੀਂ ਹੈ। ਨੋ ਰੰਗ ਕੋ ਸਿਖਰਾ ਵਹੀ, ਔਰੰਗਜ਼ੇਬ ਨੂੰ ਪੁੱਠੀ ਮੱਤ ਦਿੰਦੇ ਹਨ ਇਹੋ ਜਿਹੇ ਕਾਜੀ ਮੁਲਾਣੇ। ਕਰ ਨਿਜ ਦੀਨ ਹੰਕਾਰ, ਆਪਣੇ ਇਸਲਾਮ ਦੀਨ ਦਾ, ਮੁਸਲਮਾਨੀ ਧਰਮ ਦਾ ਹੰਕਾਰ ਕਰਕੇ। ਚੋਪਈ ਕਿਨਹੁ ਨ ਤਿਨ ਕੇ ਪਾਜ ਉਗਾਰੇ, ਔਰ ਕਿਸੇ ਨੇ ਵੀ ਉਹਨਾਂ ਦੇ ਪਾਜ ਨਹੀਂ ਸੀ ਉਗਾੜੇ। ਇਹ ਕਹਿੰਦੇ ਦੇਖੋ ਬਾਦਸ਼ਾਹ ਸਲਾਮਤ, ਤੁਸੀਂ ਜਦੋਂ ਦੇ ਆਏ ਹੋ ਨਾ, ਇਹਨਾਂ ਸਾਰੇ ਪਖੰਡੀਆਂ ਨੂੰ ਹੁਣ ਕੰਨ ਹੋ ਗਏ ਨੇ। ਇਹ ਬੜਾ ਪਖੰਡ ਰਚਿਆ ਹੋਇਆ ਸੀ ਇਹਨਾਂ ਲੋਕਾਂ ਨੇ। ਬਿਨ ਜਾਣੇ ਦੇ ਤੇ ਤਨ ਸਾਰੇ, ਬਿਨਾਂ ਜਾਣੇ ਬਿਨਾਂ ਸਮਝੇ ਹੀ ਲੱਖਾਂ ਰੁਪਈਆ ਇਹਨਾਂ ਮੰਦਰਾਂ ਵਿੱਚ, ਸਥਾਨਾਂ 'ਤੇ ਚੜ੍ਹਾਵਾ ਚੜ੍ਹਦਾ ਸੀ। ਅਤੇ ਅਜਮੇਰ ਸ਼ਰੀਫ ਵਾਲੇ ਮੁਸਲਮਾਨ ਵੀ ਬਾਦਸ਼ਾਹਾਂ ਨੂੰ ਲੁੱਟਦੇ ਸੀ। ਮਤ ਖੁਦਾਏ ਤੁਮਰੇ ਅਸ ਪਾਈ, ਅੱਲਾਹ ਤਾਲਾ ਨੇ, ਖੁਦਾ ਨੇ ਤੁਹਾਨੂੰ ਇਹੋ ਜਿਹੀ ਸੋਹਣੀ ਮੱਤ ਦਿੱਤੀ ਹੈ ਬਾਦਸ਼ਾਹ ਸਲਾਮਤ, ਜਿਸ ਨੇ ਛਾਨੀ ਬਾਤ ਨ ਕਾਈ, ਕਿ ਤੁਹਾਡੇ ਤੋਂ ਕੋਈ ਗੱਲ ਲੁਕੀ ਛਿਪੀ ਰਹਿ ਨਹੀਂ ਸਕਦੀ। ਅੱਲਾਹ ਨੇ ਤੁਹਾਨੂੰ ਦੁਨੀਆ 'ਤੇ ਇਸੇ ਕਰਕੇ ਭੇਜਿਆ ਹੈ ਵੀ ਜਿਹੜੇ ਦੀਨ ਦੇ, ਧਰਮ ਦੇ, ਇਸਲਾਮ ਦੇ ਵਿਰੋਧੀ ਹਨ, ਉਹਨਾਂ ਨੂੰ ਤੁਸੀਂ ਕਾਬੂ ਕਰ ਸਕੋ। ਬੁੱਤ ਪ੍ਰਸਤੀ ਪਰ ਹੋਇਓ ਦੰਡ, ਤੁਸੀਂ ਬੁੱਤ ਪ੍ਰਸਤੀ ਉੱਤੇ ਡੰਡ ਲਾਇਆ ਹੈ। ਇਹ ਪੱਥਰਾਂ ਦੀ ਪੂਜਾ ਬੰਦ ਕੀਤੀ ਹੈ। ਬੜਾ ਹੀ ਚੰਗਾ ਕੰਮ ਕੀਤਾ। ਜੋ ਮਥੁਰਾ ਦੇ ਮੰਦਰ ਵੀ ਢਾਹ ਦਿੱਤੇ ਹਨ, ਜੈਪੁਰ ਦੇ ਮੰਦਰ ਵੀ ਢਾਹ ਦਿੱਤੇ ਹਨ। ਜਹ ਕਹਿ ਰਾਵਰ ਹੁਕਮ ਪ੍ਰਚੰਡ, ਜਿੱਥੇ ਕਿੱਥੇ ਬਾਦਸ਼ਾਹ ਸਲਾਮਤ ਹੁਣ ਤੁਹਾਡਾ ਹੁਕਮ ਚੱਲੇਗਾ। ਭਇਓ ਤਰਾਸ ਹਿੰਦਵਾਨ ਬਿਸਾਲੇ, ਹਿੰਦੂਆਂ ਨੂੰ ਬੜਾ ਭਾਰੀ ਡਰ ਪੈ ਗਿਆ ਹੈ। ਹੁਣ ਹਿੰਦੂ ਬੁੱਤਾਂ ਦੀ, ਮੂਰਤੀਆਂ ਦੀ ਪੂਜਾ ਕਰਨੀ ਬੰਦ ਕਰ ਦੇਣਗੇ। ਆਏ ਸ਼ਰਾ ਮੈਂ ਬਨੈ ਸੁਖਾਲੇ, ਹੌਲੇ ਹੌਲੇ ਸਾਰੇ ਹਿੰਦੂ ਸ਼ਹਿਰਾਂ 'ਚ ਆ ਜਾਣਗੇ। ਫਿਰ ਇਹਨਾਂ ਨੂੰ ਜੰਨਤ ਨਸੀਬ ਹੋਵੇਗੀ। ਅੱਲਾਹ ਤਾਲਾ ਇਹਨਾਂ ਨੂੰ ਬਹਿਸ਼ਤ ਵਿੱਚ ਥਾਂ ਦੇਵੇਗਾ। ਸੁਜਾਸ ਬਿਲੰਦ ਆਪ ਕਹੋ ਹੋਵਾ, ਬਾਦਸ਼ਾਹ ਸਲਾਮਤ ਜਦੋਂ ਦੇ ਤੁਸੀਂ ਮਥੁਰਾ ਦੇ ਮੰਦਰ ਤੋੜੇ ਹਨ,
ਪੁਸ਼ਕਰ ਦੇ ਤੀਰਥ ਨੂੰ ਬਰਬਾਦ ਕੀਤਾ ਹੈ, ਉਦੋਂ ਦਾ ਤੁਹਾਡਾ ਜਸ ਸਾਰੇ ਪਾਸੇ ਫੈਲ ਗਿਆ ਹੈ। ਸਾਰੇ ਦੀਨੀ ਭਾਈ ਮੁਸਲਮਾਨ ਵੀਰ ਤੁਹਾਡੀ ਤਾਰੀਫ ਕਰਦੇ ਹਨ, ਕਹਿੰਦੇ ਨੇ ਇਹੋ ਜਿਹਾ ਬਾਦਸ਼ਾਹ ਨਹੀਂ ਲੱਭਣਾ ਜਿਹਨੇ ਸਾਡੇ ਧਰਮ ਦੀ, ਸਾਡੇ ਦੀਨ ਦੀ ਚੜ੍ਹਦੀ ਕਲਾ ਕੀਤੀ ਹੈ। ਤੇਜ ਪ੍ਰਚੰਡ ਸਭਨ ਥਲ ਜੋਵਾ। ਔਰ ਤੁਹਾਡਾ ਤੇਜ ਪ੍ਰਤਾਪ ਸਾਰੀ ਦੁਨੀਆ ਵਿੱਚ ਸਭ ਨੇ ਵੇਖ ਲਿਆ ਹੈ। ਹਿੰਦੂਆਂ ਨੂੰ, ਕਾਫਰਾਂ ਨੂੰ ਹੁਣ ਕੰਨ ਹੋ ਗਏ ਨੇ, ਉਹ ਇੱਦਾਂ ਦੀ ਹੁਣ ਕਰਤੂਤ ਨਹੀਂ ਕਰਨਗੇ। ਸੁਖ ਪਾਵੈ ਜੇ ਤੁਰਕ ਬਣਨਗੇ। ਜੇ ਤੁਰਕ ਬਣਨਗੇ, ਮੁਸਲਮਾਨ ਬਣਨਗੇ ਤੇ ਹਿੰਦੂ ਸੁਖੀ ਰਹਿਣਗੇ। ਜੇ ਤੁਰਕ ਨਾ ਬਣੇ ਤੇ ਫਿਰ ਨਰਕਾਂ 'ਚ ਤਾਂ ਇਹਨਾਂ ਨੇ ਜਾਣਾ ਹੀ ਸੀ, ਇੱਥੇ ਵੀ ਦੁਖੀ ਹੋਣਗੇ। ਇਹ ਜਹਾਨ ਇਹਨਾਂ ਦਾ ਬਹੁਤ ਜ਼ਿਆਦਾ ਦੁਖਦਾਈ ਬਣਨਾ ਸੀ। ਤੁਸੀਂ ਇਹਨਾਂ ਨੂੰ ਹੁਣ ਮੁਸਲਮਾਨ ਬਣਾਓ, ਇਸ ਦੁਨੀਆ 'ਚ ਵੀ ਸੁਖੀ ਹੋਣ ਤੇ ਅੱਗੇ ਵੀ ਸੁਖੀ ਹੋਣ। ਬਿਨਾ ਬਨੇ ਬਹੁ ਬ੍ਰਿਥਾ ਬਹਾਂਗੇ। ਜੇ ਇਹ ਨਾ ਬਣੇ ਮੁਸਲਮਾਨ, ਇਹਨਾਂ ਹਿੰਦੂਆਂ ਨੇ, ਇਹਨਾਂ ਕਾਫਰਾਂ ਨੇ ਇਸਲਾਮ ਨੂੰ ਕਬੂਲ ਨਾ ਕੀਤਾ, ਤਾਂ ਫਿਰ ਇਸ ਨਦੀ 'ਚ ਰੁੜ ਜਾਣਗੇ, ਨਰਕਾਂ 'ਚ ਚਲੇ ਜਾਣਗੇ। ਇੱਕ ਮਕਾਨ ਹਿੰਦਨ ਕੋ ਭਾਰੋ। ਹਾਂ, ਇੱਕ ਹੋਰ ਹਿੰਦੂਆਂ ਦਾ ਬੜਾ ਤਗੜਾ ਮਕਾਨ ਹੈ, ਡੇਰਾ ਹੈ, ਜਿੱਥੇ ਹਿੰਦੂਆਂ ਦੀ ਬਹੁਤ ਵੱਡੀ ਯੂਨੀਵਰਸਿਟੀ ਹੈ। ਉੱਥੇ ਉਹਨਾਂ ਦੀ ਵਿੱਦਿਆ ਦਾ ਬਹੁਤ ਵੱਡਾ ਕੇਂਦਰ ਹੈ। ਹਾਂਜੀ, ਕਾਸ਼ੀ ਨਾਮ ਮਹਿਦ ਬਿਸਤਾਰੋ। ਹੇ ਬਾਦਸ਼ਾਹ ਸਲਾਮਤ, ਉਸ ਜਗ੍ਹਾ ਦਾ ਨਾਮ ਬਨਾਰਸ ਕਾਸ਼ੀ ਹੈ, ਵਾਰਾਣਸੀ ਹੈ। ਉਸ ਕਾਸ਼ੀ ਦੇ ਵਿੱਚ ਹਜ਼ਾਰਾਂ ਲੱਖਾਂ ਪੰਡਿਤ ਪੜ੍ਹਦੇ ਹਨ। ਵੇਦਾਂ ਸ਼ਾਸਤਰਾਂ ਦੀ ਵਿੱਦਿਆ ਉੱਥੇ ਪੜ੍ਹਾਈ ਜਾਂਦੀ, ਸਦੀਆਂ ਤੋਂ, ਜੁਗਾਂ ਜੁਗਾਂਤਰਾਂ ਤੋਂ ਚਲੀ ਆਉਂਦੀ ਹੈ। ਖਰੇ ਸੈਂਕੜੇ ਠਾਕੁਰ ਦੁਆਰੇ। ਇਹ ਬਾਦਸ਼ਾਹ ਸਲਾਮਤ, ਉੱਥੇ ਸੈਂਕੜੇ ਹੀ ਮੰਦਰ ਖੜੇ ਹਨ। ਸੈਂਕੜੇ ਹਜ਼ਾਰਾਂ ਮੰਦਰ, ਠਾਕੁਰ ਦੁਆਰੇ ਬਣੇ ਹੋਏ ਹਨ। ਬੁੱਤ ਪ੍ਰਸਤੀ ਨਰ ਕਰਤ ਅਪਾਰੇ। ਉੱਥੇ ਬੜੀ ਬੁੱਤਾਂ ਦੀ ਪੂਜਾ ਹੁੰਦੀ ਹੈ। ਮੂਰਤੀਆਂ ਦੀ ਪੂਜਾ ਬਨਾਰਸ ਦੇ ਵਿੱਚ, ਕਾਸ਼ੀ 'ਚ ਬਹੁਤ ਹੁੰਦੀ ਹੈ। ਸਾਡਾ ਖਿਆਲ ਹੈ ਕਿ ਤੁਹਾਨੂੰ ਇੱਕ ਵਾਰੀ ਬਨਾਰਸ ਜਾਣਾ ਚਾਹੀਦਾ, ਤੇ ਬਨਾਰਸ ਦੇ ਵਿੱਚ ਜਿਹੜੇ ਮੰਦਰ ਹਨ ਉਹ ਵੀ ਢਾਣੇ ਚਾਹੀਦੇ ਹਨ। ਆਪ ਚਲੋ ਤੈ ਪਿਖੋ ਪਖੰਡ। ਹੇ ਬਾਦਸ਼ਾਹ ਸਲਾਮਤ, ਤੁਸੀਂ ਆਪ ਚੱਲ ਕੇ ਬਨਾਰਸ ਵਿੱਚ ਪਖੰਡ ਵੇਖ ਲਓ, ਕਿੰਨਾ ਕੁ ਹੋ ਰਿਹਾ ਹੈ। ਮੇਟੋ ਦੀਜੈ ਦੰਡ ਪ੍ਰਚੰਡ। ਉੱਥੇ ਉਹਨਾਂ ਹਿੰਦੂਆਂ ਨੂੰ, ਉਹਨਾਂ ਕਾਫਰਾਂ ਨੂੰ ਸਜ਼ਾ ਦਿਓ, ਉਹਨਾਂ ਦੇ ਧਰਮ ਨੂੰ ਖਤਮ ਕਰ ਦਿਓ, ਤੈਸ਼ ਨੈਸ਼ ਕਰ ਦਿਓ, ਮੰਦਰਾਂ ਨੂੰ ਢਾਹ ਦਿਓ, ਉਹਨਾਂ ਦੀਆਂ ਪੋਥੀਆਂ, ਉਹਨਾਂ ਦੇ ਗ੍ਰੰਥ ਸਾੜ ਦਿਓ ਅਤੇ ਉਹਨਾਂ ਨੂੰ ਮੁਸਲਮਾਨ ਬਣਾ ਲਵੋ। ਤਹ ਹਿੰਦਨ ਕੋ ਧਰਮ ਬਿਨਾਸ਼ੋ। ਤੁਸੀਂ ਬਨਾਰਸ ਜਾ ਕੇ ਹਿੰਦੂਆਂ ਦੇ ਧਰਮ ਦਾ ਵਿਨਾਸ਼ ਕਰ ਦਿਓ, ਸਰਬਨਾਸ਼ ਕਰ ਦਿਓ। ਚਲਨ ਸ਼ਰਾ ਮੈਂ ਬਿਖੈ ਪ੍ਰਕਾਸ਼ੋ। ਉਹਨਾਂ ਨੂੰ ਸ਼ਰ੍ਹਾ ਵਿੱਚ ਚਲਾਉਣ ਦੀ ਕੋਸ਼ਿਸ਼ ਕਰੋ, ਉਹਨਾਂ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਉਣ ਦਾ ਯਤਨ ਕਰੋ। ਸੋ ਮਕਾਨ ਜੇ ਦੇਹੋ ਪਿਕਾਰ। ਇਹ ਬਾਦਸ਼ਾਹ ਸਲਾਮਤ, ਜੇ ਤੁਸੀਂ ਬਨਾਰਸ ਖਤਮ ਕਰ ਦਿੱਤਾ, ਜੇ ਕਾਸ਼ੀ ਖਤਮ ਹੋ ਗਈ, ਕਿਉਂਕਿ ਕਾਸ਼ੀ ਹਿੰਦੂਆਂ ਦੀ ਯੂਨੀਵਰਸਿਟੀ ਹੈ, ਲੱਖਾਂ ਸਾਲ ਪੁਰਾਣੀ, ਹਜ਼ਾਰਾਂ ਸਾਲ ਪੁਰਾਣੀ ਹੈ, ਤੇ ਉੱਥੇ ਬੜੇ ਬੜੇ ਪ੍ਰਕਾਂਡ ਪੰਡਿਤ, ਵੇਦਾਂ ਸ਼ਾਸਤਰਾਂ ਦੇ, ਸਿਮਰਤੀਆਂ ਪੁਰਾਣਾਂ ਦੇ ਗਿਆਤਾ ਬੈਠੇ ਹੋਏ ਨੇ। ਜੇ ਤੁਸੀਂ ਉਹਨਾਂ ਨੂੰ ਨੱਥ ਪਾ ਲਓ, ਫਿਰ ਹਿੰਦੂ ਧਰਮ ਜੜ ਤੋਂ ਹੀ ਖਤਮ ਹੋ ਜਾਵੇਗਾ। ਬਨੈ ਤੁਰਕ ਸਭ ਦਿਸ਼ ਤੇ ਹਾਰ। ਫਿਰ ਸਾਰੇ ਪਾਸਿਓਂ ਹਿੰਦੂਆਂ ਦੀ ਹਾਰ ਹੋ ਜਾਏਗੀ। ਕਿਉਂਕਿ ਸਾਧ ਸੰਗਤ ਜੀ, ਜਿਹੜੇ ਧਰਮ ਦੇ ਸਕੂਲ, ਕਾਲਜ, ਯੂਨੀਵਰਸਿਟੀਆਂ ਖਤਮ ਹੋ ਜਾਂਦੀਆਂ ਹਨ, ਜਿਹੜੇ ਧਰਮ ਦੇ ਗ੍ਰੰਥ ਸਾੜ ਦਿੱਤੇ ਜਾਂਦੇ ਹਨ, ਔਰ ਜਿਸ ਧਰਮ ਦੇ ਵਿਦਵਾਨ ਮਾਰ ਦਿੱਤੇ ਜਾਂਦੇ ਹਨ, ਪ੍ਰਚਾਰਕ ਮਾਰ ਦਿੱਤੇ ਜਾਂਦੇ ਹਨ, ਉਹ ਧਰਮ ਅੱਗੇ ਨਹੀਂ ਵੱਧ ਸਕਦਾ। ਇੱਕ ਬਹੁਤ ਵੱਡੀ ਨੀਤੀ ਔਰੰਗਜ਼ੇਬ ਨੂੰ ਦੱਸੀ ਜਾ ਰਹੀ ਹੈ ਵੀ ਬਨਾਰਸ ਜਿਹੜਾ ਹੈ ਉਹ ਹਿੰਦੂਆਂ ਦਾ ਸਭ ਤੋਂ ਵੱਡਾ ਕੇਂਦਰ ਹੈ। ਹਿੰਦੂ ਉੱਥੇ ਵੇਦਾਂ ਸ਼ਾਸਤਰਾਂ ਦਾ ਗਿਆਨ ਪ੍ਰਾਪਤ ਕਰਦੇ ਨੇ। ਤੁਸੀਂ ਜਾ ਕੇ ਬਨਾਰਸ ਸ਼ਹਿਰ ਨੂੰ ਤਹਿਸ਼ ਨਹਿਸ਼ ਕਰ ਦਿਓ, ਉੱਥੋਂ ਦੇ ਮੰਦਰ ਢਾਹ ਦਿਓ, ਉਹਨਾਂ ਦੇ ਵਿਦਿਆਲੇ, ਸਕੂਲ ਸਾੜ ਦਿਓ, ਖਤਮ ਕਰ ਦਿਓ। ਗਜਬਾਜੀ ਪੈਦਲ ਸੰਗ ਘਨੇ। ਹਾਥੀ ਘੋੜੇ ਪੈਦਲ ਫੌਜਾਂ ਲੈ ਕੇ
ਸੁਨਤ ਸਾਹ ਮਨ ਮੋਦ ਉਪਾਵਾ। ਕਹਿੰਦੇ ਬਾਦਸ਼ਾਹ ਬੜਾ ਖੁਸ਼ ਹੋਇਆ, ਕਹਿੰਦਾ ਇਹ ਤਾਂ ਤੁਸੀਂ ਬੜੀ ਵਧੀਆ ਗੱਲ ਦੱਸੀ ਹੈ। ਜੇ ਇਹਨਾਂ ਦਾ ਵਿੱਦਿਆ ਦਾ ਕੇਂਦਰ ਖਤਮ ਹੋ ਜਾਵੇ, ਜਿੱਥੋਂ ਵਿੱਦਿਆ ਪੈਦਾ ਹੁੰਦੀ ਹੈ, ਬਨਾਰਸ ਦੀ ਧਰਤੀ ਨੂੰ ਪਰਮੇਸ਼ਰ ਦਾ ਵਰਦਾਨ ਹੀ ਹੈ। ਉਹਦੀਆਂ ਗਲੀਆਂ ਦੇ ਵਿੱਚ ਵਿੱਦਿਆ, ਸਾਧ ਸੰਗਤ ਜੀ, ਉੱਥੋਂ ਦੀ ਹਵਾ ਵਿੱਚ ਵਿੱਦਿਆ ਹੈ। ਬੜੇ ਬੜੇ ਪ੍ਰਕਾਂਡ ਵਿਦਵਾਨ ਪੰਡਤ ਜੁਗਾਂ ਜੁਗਾਂਤਰਾਂ ਤੋਂ ਉੱਥੇ ਮੌਜੂਦ ਹਨ। ਅੱਜ ਵੀ ਉੱਥੇ ਵਿੱਦਿਆ ਦਾ ਬਹੁਤ ਬੋਲਬਾਲਾ ਹੈ। ਕਹਿੰਦੇ ਜੇ ਕਾਸ਼ੀ ਵਿੱਦਿਆ ਦਾ ਘਰ, ਹਿੰਦੂਆਂ ਦੀ ਵਿੱਦਿਆ ਦਾ ਕੇਂਦਰ ਖਤਮ ਹੋ ਗਿਆ ਤੇ ਫਿਰ ਹਿੰਦੂ ਧਰਮ ਖਤਮ ਹੋ ਜਾਵੇਗਾ। ਤਹਾਂ ਚਰਨ ਕੋ ਕਰਿਓ ਪਾਵਾ। ਸੋ ਇਹਨਾਂ ਨੇ ਸਾਰੇ ਫੌਜਾਂ ਲੈ ਕੇ, ਹਾਥੀ ਘੋੜੇ ਲੈ ਕੇ, ਫੌਜਾਂ ਲੈ ਕੇ ਬਨਾਰਸ ਜਾਣ ਦੀਆਂ ਤਿਆਰੀਆਂ ਕਰ ਲਈਆਂ। ਲਸ਼ਕਰ ਚਲਿਓ ਦੀਹ ਕੋ ਗਨੇ। ਬੜਾ ਭਾਰੀ ਲਸ਼ਕਰ ਸੀ, ਗਿਣਤੀ ਨਹੀਂ ਸੀ ਹੋ ਸਕਦੀ, ਇੰਨੀਆਂ ਫੌਜਾਂ ਲੈ ਕੇ ਔਰੰਗਜ਼ੇਬ ਤੁਰ ਪਿਆ। ਕਰਮ ਕਰਮ ਮਾਰਗ ਉਲੰਘਿਓ ਸਾਰੇ। ਔਰ ਸਾਰਾ ਪਿੰਡਾ ਹੌਲੇ ਹੌਲੇ ਲੰਘ ਕੇ ਕਾਸ਼ੀ ਪਹੁੰਚਿਓ ਸਿਵਰੇ ਉਤਾਰੋ। ਕਾਸ਼ੀ ਸ਼ਹਿਰ ਬਨਾਰਸ ਜਾ ਪਹੁੰਚਿਆ। ਬਨਾਰਸ ਵਿੱਚ ਜਾ ਕੇ ਉਹਨੇ ਆਪਣੀ ਛਾਉਣੀ ਪਾ ਲਈ। ਬਨਾਰਸ ਸ਼ਹਿਰ 'ਚ ਫੌਜਾਂ ਦਾ ਡੇਰਾ ਪਾ ਲਿਆ। ਸੁਨ ਸੁਨ ਹਿੰਦਨ ਕੋ ਸਮਦਾਇਆ। ਹਿੰਦੂਆਂ ਨੂੰ ਖਬਰ ਮਿਲੀ, ਕਿਉਂਕਿ ਖਬਰਾਂ ਅੱਗੇ ਵੀ ਆ ਰਹੀਆਂ ਸਨ ਕਿ ਔਰੰਗਜ਼ੇਬ ਬਾਦਸ਼ਾਹ ਬਣ ਗਿਆ ਹੈ ਔਰ ਉਹ ਮਥੁਰਾ ਵਰਗੇ ਤੀਰਥਾਂ ਦੀ ਬਹੁਤ ਬੇਅਦਬੀ ਕਰ ਰਿਹਾ ਹੈ। ਪੁਸ਼ਕਰ ਵੀ ਉਹਨੇ ਤਬਾਹ ਕਰ ਦਿੱਤਾ ਹੈ। ਜੈਪੁਰ 'ਚ 1100 ਤੇ ਮਥੁਰਾ 'ਚ 5000 ਮੰਦਰ ਢਾਏ ਹਨ। ਇਹ ਖਬਰ ਬਨਾਰਸ ਪਹਿਲਾਂ ਪਹੁੰਚ ਚੁੱਕੀ ਸੀ। ਉਹਦੇ ਕਰਕੇ ਸਾਧ ਸੰਗਤ ਜੀ, ਬਨਾਰਸ ਦੇ ਹਿੰਦੂ ਥਰ ਥਰ ਕੰਬਣ ਲੱਗੇ ਹਨ, ਭੈ ਭੀਤ ਹੋ ਗਏ ਹਨ। ਮਹਾਤਰਾਸ ਥਰ ਥਰ ਬਿਕਲਾਇਆ। ਹਿੰਦੂਆਂ ਨੂੰ ਆਪਣੀ ਜਾਨ ਦਾ, ਆਪਣੇ ਮਾਲ ਦਾ, ਆਪਣੇ ਧਰਮ ਦਾ ਖਤਰਾ ਹੋ ਗਿਆ। ਵਿਆਕੁਲ ਹੋ ਗਏ ਵੀ ਹੁਣ ਕੀ ਬਣੇਗਾ। ਹੇ ਪ੍ਰਮਾਤਮਾ, ਇਹ ਕਿੱਦਾਂ ਦੀ ਮੁਸੀਬਤ ਸਾਡੇ ਗਲ ਪਾ ਦਿੱਤੀ ਹੈ। ਕੈਸਾ ਜ਼ਾਲਮ ਬਾਦਸ਼ਾਹ, ਪਾਪੀ, ਦੁਸ਼ਟ ਬਿਰਤੀ ਵਾਲਾ, ਨੀਚ ਬਿਰਤੀ ਵਾਲਾ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ ਹੈ। ਦੁਰ ਦੁਰ ਜਾਹੇ ਸਦਨ ਸਭ ਆਪਣੇ। ਹਿੰਦੂ ਆਪਣੇ ਆਪਣੇ ਘਰਾਂ 'ਚ ਹੁਣ ਲੁਕਣ ਲੱਗ ਪਏ ਹਨ। ਏ ਪ੍ਰਭ ਇਸੈ ਦਿਖਾਓ ਨਾ ਸੁਪਨੇ। ਤੇ ਉਹ ਹਿੰਦੂ ਕੀ ਅਰਦਾਸਾਂ ਕਰਦੇ ਨੇ, ਹੇ ਭਗਵਾਨ ਜੀ, ਇਸ ਪਾਪੀ ਦੇ ਤੇ ਸੁਪਨੇ ਵਿੱਚ ਵੀ ਦਰਸ਼ਨ ਨਹੀਂ ਹੋਣੇ ਚਾਹੀਦੇ। ਇਸ ਔਰੰਗਜ਼ੇਬ ਦੇ ਮੱਥੇ ਨਾ ਲਾ ਸਾਨੂੰ। ਇਹ ਸਾਡੀ ਕਾਸ਼ੀ ਨੂੰ, ਸਾਡੀ ਬਨਾਰਸ ਦੀ ਧਰਤੀ ਨੂੰ ਤਹਿਸ਼ ਨਹਿਸ਼ ਕਰਨ ਆ ਰਿਹਾ ਹੈ। ਘਰ ਤੁਰਕਨ ਤੇ ਹੋਤ ਵਧਾਈ। ਜਿਹੜੇ ਤੁਰਕ ਸੀਗੇ, ਮੁਸਲਮਾਨ ਸੀ, ਉਹ ਖੁਸ਼ ਹੋਣ ਲੱਗ ਪਏ ਵੀ ਚਲੋ ਚੰਗਾ ਹੋਇਆ, ਹਿੰਦੂਆਂ ਦਾ ਧਰਮ ਖਤਮ ਹੋ ਜਾਏਗਾ, ਸਾਡਾ ਹੀ ਇੱਥੇ ਬੋਲਬਾਲਾ ਹੋਵੇਗਾ। ਤੇ ਜਿਹੜੇ ਹਿੰਦੂ ਸਨ, ਉਹਨਾਂ ਦੇ ਘਰ ਰੋਟੀ ਨਹੀਂ ਪੱਕਦੀ, ਉਹਨਾਂ ਦੇ ਗਲ 'ਚ ਰੋਟੀ ਲੰਘਦੀ ਨਹੀਂ। ਸੰਗ ਵਿੱਚ ਵਿਚਾਰੇ ਬੜੇ ਰੋਂਦੇ ਹਨ, ਦੁਖੀ ਹੁੰਦੇ ਹਨ। ਮਿਲ ਮਿਲ ਕਰੈ ਦੀਨ ਬਿਰਧਾਈ। ਤੇ ਮੁਸਲਮਾਨ ਕਹਿੰਦੇ ਬਸ ਹੁਣ ਤੇ ਵਧਾਈਆਂ ਹੀ ਵਧਾਈਆਂ, ਸਾਡਾ ਦੀਨ ਵਧੇਗਾ। ਆਪਾਂ ਧਰਮ ਕਹਿੰਦੇ ਆ, ਹਿੰਦੂ ਸਿੱਖ ਜਿਹੜੇ ਆਪਾਂ ਧਰਮ ਕਹਿੰਦੇ ਆ, ਮੁਸਲਮਾਨਾਂ ਦੀ ਬੋਲੀ 'ਚ ਦੀਨ ਕਹਿੰਦੇ, ਚੀਜ਼ ਇੱਕੋ ਹੀ ਹੈ। ਉਹ ਕਹਿੰਦੇ ਹੁਣ ਦੀਨ ਵਧੇਗਾ, ਹਿੰਦੂ ਧਰਮ ਨੂੰ ਖਤਮ ਕਰ ਦਿਆਂਗੇ। ਨੌਰੰਗ ਸ਼ਾਹੇ ਸ਼ਰਾ ਮੈਂ ਗਾਡੂ। ਔਰੰਗਜ਼ੇਬ ਸ਼ਰ੍ਹਾ 'ਚ ਬੜਾ ਕੱਟੜ ਸੀ, ਬੜਾ ਪੱਕਾ ਸੀ। ਕਹਿੰਦੇ 5 ਟਾਈਮ ਦਾ ਨਮਾਜ਼ੀ ਔਰ ਰੋਜ਼ੇ ਵੀ ਪੂਰੇ ਰੱਖਦਾ ਸੀ। ਜੋ ਕੁਛ ਸ਼ਰ੍ਹਾ 'ਚ ਦੱਸਿਆ ਹੋਇਆ ਹੈ, ਦੀਨ ਇਸਲਾਮ ਦੀ ਸ਼ਰ੍ਹਾ ਦੇ 'ਚ ਬੜਾ ਆਪਣੇ ਆਪ ਨੂੰ ਪਾਬੰਦ ਸਾਬਤ ਕਰਦਾ ਸੀ। ਜਿਸ ਤੇ ਤੁਰਕਾਂ ਨਾ ਬਹੁ ਬਾਡੋ। ਤੇ ਸਾਰੇ ਕਹਿੰਦੇ ਆ ਅੱਲਾ ਨੇ ਸਾਡੇ ਤੇ ਬੜੀ ਰਹਿਮਤ ਕੀਤੀ ਹੈ ਕਿ ਸਾਨੂੰ ਇਹੋ ਜਿਹਾ ਨੇਕ ਬਾਦਸ਼ਾਹ ਦਿੱਤਾ ਹੈ। ਦੇਖੋ ਸਾਧ ਸੰਗਤ ਜੀ, ਜਿੱਥੇ ਬਾਕੀ ਦੁਨੀਆ ਸਾਰੀ ਉਹਨੂੰ ਲਾਹਨਤਾਂ ਪਾ ਰਹੀ ਹੈ, ਤੇ ਕੱਟੜਪੰਥੀ ਮੁਤੱਸਬੀ ਲੋਕ ਜਿਹੜੇ ਹਿੰਦੂਆਂ ਨੂੰ ਵੇਖ ਕੇ ਰਾਜੀ ਨਹੀਂ ਜਾਂ ਕਿਸੇ ਹੋਰ ਧਰਮ ਨੂੰ ਬਰਦਾਸ਼ਤ ਨਹੀਂ ਕਰਦੇ, ਉਹ ਉਸ ਦੀਆਂ ਸਿਫਤਾਂ ਕਰ ਰਹੇ ਨੇ। ਕਹਿੰਦੇ ਔਰੰਗਜ਼ੇਬ ਬਾਦਸ਼ਾਹ ਬਣ ਗਿਆ, ਇਹਨੇ ਸਾਡਾ ਧਰਮ ਫੈਲਾ ਦੇਣਾ ਸਾਰੇ ਪਾਸੇ। ਏਕ ਨਿਸ਼ਾ ਕਰਕੇ ਬਿਸਰਾਮੂ। ਔਰੰਗਜ਼ੇਬ ਕਾਸ਼ੀ ਪਹੁੰਚ ਗਿਆ।
ਬਨਾਰਸ ਪਹੁੰਚ ਗਿਆ। ਉਹਨੇ ਜਾ ਕੇ ਸ਼ਹਿਰ ਦੇ ਆਲੇ ਦੁਆਲੇ ਆਪਣੀ ਫੌਜ ਦਾ ਘੇਰਾ ਘੱਤ ਲਿਆ, ਛਾਉਣੀ ਪਾਤੀ, ਤੰਬੂ ਲੱਗ ਗਏ। ਇੱਕ ਰਾਤ ਬਨਾਰਸ ਦੇ ਵਿੱਚ ਸੁੱਤਾ ਹੈ। ਪ੍ਰਵਿਸ਼ਿਓ ਅੰਤਰਪੁਰ ਅਬਿਰਾਮੂ। ਅਗਲੇ ਦਿਨ ਬਾਦਸ਼ਾਹ ਆਪਣੀ ਫੌਜ ਦੇ ਨਾਲ, ਆਪਣੀ ਸੱਜ ਧੱਜ ਦੇ ਨਾਲ, ਸਵਾਰੀ ਦੇ ਨਾਲ ਹਾਥੀ ਤੇ ਬੈਠ ਕੇ ਤੇ ਬਨਾਰਸ ਸ਼ਹਿਰ ਦੇ ਵਿੱਚ ਵੜਿਆ ਹੈ। ਥਾਨ ਥਾਨ ਜਹ ਪੁੰਜ ਸ਼ਿਵਾਲੇ। ਥਾਂ ਥਾਂ ਤੇ ਜਿੱਥੇ ਜਿੱਥੇ ਸ਼ਿਵਾਲੇ ਸਨ, ਕਿਉਂਕਿ ਇਹਨੂੰ ਸ਼ਿਵ ਜੀ ਦੀ ਪੁਰੀ ਕਹਿੰਦੇ। ਸ਼ਿਵ ਕੀ ਪੁਰੀ ਬਸੈ ਬੁੱਧ ਸਾਰ, ਤੈ ਤੁਮ ਮਿਲ ਕੇ ਕਰੋ ਵਿਚਾਰ। ਹੋਰ ਵੀ ਬਾਣੀ 'ਚ ਕਈ ਜਗ੍ਹਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਪੰਕਤੀਆਂ ਆਉਂਦੀਆਂ ਨੇ ਕਿ ਬਨਾਰਸ ਜਿਹੜੀ ਹੈ ਸ਼ਿਵ ਜੀ ਦੀ ਪੁਰੀ ਹੈ। ਭਗਵਾਨ ਸ਼ਿਵ ਜੀ ਮਹਾਰਾਜ ਜੀ ਦਾ ਉੱਥੇ ਇੱਕ ਬੜਾ ਪੁਰਾਣਾ ਸ਼ਿਵਲਿੰਗ ਮੰਦਰ ਹੈ, ਜਿਹਨੂੰ ਕਾਂਸੀ ਵਿਸ਼ਵਨਾਥ ਕਹਿੰਦੇ ਹਨ। ਅਤੇ ਉਹਦੇ ਕਰਕੇ ਗਲੀਆਂ ਵਿੱਚ, ਮੁਹੱਲਿਆਂ ਵਿੱਚ, ਬਨਾਰਸ ਦੇ ਘਰ ਘਰ ਦੇ ਵਿੱਚ ਸ਼ਿਵ ਜੀ ਦੇ ਮੰਦਰ ਬਣੇ ਹੋਏ ਹਨ। ਬਾਜੈ ਘੰਟੇ ਸ਼ੰਖ ਬਿਸਾਲੇ। ਥਾਂ ਥਾਂ ਤੇ ਸ਼ੰਖ ਵੱਜ ਰਹੇ ਨੇ, ਘੜਿਆਲਾਂ ਵੱਜ ਰਹੀਆਂ ਨੇ, ਘੰਟੇ ਵੱਜ ਰਹੇ ਨੇ, ਟੱਲ ਖੜਕ ਰਹੇ ਨੇ ਮੰਦਰਾਂ ਦੇ ਵਿੱਚ। ਕਰੈ ਆਰਤੀ ਕੇਰ ਉਤਾਰਨ। ਔਰ ਪੰਡਤ ਲੋਕ ਮੰਦਰਾਂ ਦੇ ਵਿੱਚ ਭਗਵਾਨ ਸ਼ਿਵ ਜੀ ਮਹਾਰਾਜ ਜੀ ਦੀ ਆਰਤੀ ਉਤਾਰਦੇ ਹਨ। ਪੁਸ਼ਪ ਪੱਤਰ ਪੂਜਾ ਬਿਸਥਾਰਨ। ਔਰ ਫੁੱਲਾਂ ਦੇ ਨਾਲ, ਪੱਤਰਿਆਂ ਦੇ ਨਾਲ ਭਗਵਾਨ ਦੀ ਪੂਜਾ ਕਰਦੇ ਹਨ। ਗਾਏ ਬਿਸ਼ਨ ਪਰ ਬਾਦਤ ਬਾਜੈ। ਬਿਸ਼ਨ ਪਦੇ ਗਾਉਂਦੇ ਹਨ, ਵਾਜੇ ਨਗਾਰੇ ਰਣ ਸਿੰਘੇ ਵਜਾਉਂਦੇ ਹਨ। ਕਨ ਮੰਦਰ ਉਤਸਾਹਨ ਸਾਜੈ। ਔਰ ਬਹੁਤ ਸਾਰੇ ਮੰਦਰਾਂ ਦੇ ਵਿੱਚ ਬੜੇ ਉਤਸਵ ਹੋ ਰਹੇ ਹਨ। ਕਿਤੇ ਨਿਰਤ ਗਾਣਾ ਹੋ ਰਿਹਾ ਹੈ, ਕਿਤੇ ਆਰਤੀ ਹੋ ਰਹੀ ਹੈ। 9 ਪ੍ਰਕਾਰ ਦੀ ਜਿਹੜੀ ਭਗਤੀ ਹੈ, ਉਹਦੇ ਵਿੱਚ ਕੀਰਤਨ ਵੀ ਭਗਤੀ ਹੈ, ਸਰਵਣ ਭਗਤੀ ਹੈ। ਉਹ ਸਾਰੀਆਂ ਭਗਤੀਆਂ ਉੱਥੇ ਵੱਖਰੇ ਵੱਖਰੇ ਤਰੀਕਿਆਂ ਨਾਲ ਮੰਦਰਾਂ ਵਿੱਚ ਹੋ ਰਹੀਆਂ ਹਨ। ਮੰਦਰ ਵੀ 1-2 ਨਹੀਂ ਹਨ, ਹਜ਼ਾਰਾਂ ਮੰਦਰ ਕਾਸ਼ੀ ਦੇ ਵਿੱਚ ਬਣੇ ਹੋਏ ਹਨ। ਕੇਤਕ ਥਾਨ ਪੁਰਾਨਨ ਬਾਚਾ ਹੈ। ਕਈ ਵਿਦਿਆਲਿਆਂ ਦੇ ਵਿੱਚ ਪੁਰਾਣਾਂ ਦੀ ਕਥਾ ਹੋ ਰਹੀ ਹੈ। ਕਿਤੇ ਭਾਗਵਤ ਪੁਰਾਣ ਦੀ ਕਥਾ ਹੁੰਦੀ ਹੈ, ਕਿਤੇ ਸਕੰਦ ਪੁਰਾਣ ਦੀ, ਕਿਤੇ ਬ੍ਰਹਮ ਪੁਰਾਣ ਦੀ, ਕਿਤੇ ਮਾਰਕੰਡੇ ਪੁਰਾਣ ਦੀ। 18 ਪੁਰਾਣਾਂ ਦੀ ਕਥਾ ਹੋ ਰਹੀ ਹੈ ਥਾਂ ਥਾਂ ਤੇ। ਸੁਨ ਸੁਨ ਨਰ ਔਰ ਸ਼ਰਧਾ ਰਾਚਾ ਹੈ। ਔਰ ਪੰਡਤ ਲੋਕ ਕਥਾ ਕਰਦੇ ਨੇ, ਸ਼ਰਧਾਲੂ ਲੋਕ ਬੜੀ ਸ਼ਰਧਾ ਨਾਲ ਸੁਣਦੇ ਨੇ। ਅਵਤਾਰਾਂ ਦੀ, ਰਿਸ਼ੀਆਂ ਮੁਨੀਆਂ ਦੀ, ਰਾਜਿਆਂ ਮਹਾਰਾਜਿਆਂ ਦੀ, ਧਾਰਮਿਕ ਲੋਕਾਂ ਦੀ ਕਥਾ ਸੁਣ ਕੇ ਸਰੋਤਿਆਂ ਦੇ ਮਨ 'ਚ ਸ਼ਰਧਾ ਪੈਦਾ ਹੁੰਦੀ ਹੈ। ਸਾਧ ਸੰਗਤ ਜੀ, ਜਦੋਂ ਅਸੀਂ ਵੀ ਗੁਰੂ ਸਾਹਿਬ ਜੀ ਦੇ ਇਤਿਹਾਸ ਦੀ ਕਥਾ ਸੁਣਦੇ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣਦੇ ਹਾਂ, ਸਾਡੇ ਮਨ 'ਚ ਵੀ ਸ਼ਰਧਾ ਪੈਦਾ ਹੁੰਦੀ ਹੈ। ਪਰ ਰੂਟੀਨ ਨਾਲ ਸੁਣਨੀ ਚਾਹੀਦੀ ਹੈ। ਜਿੰਨਾ ਆਪਾਂ ਧਿਆਨ ਨਾਲ ਮਹਾਰਾਜ ਦੀ ਬਾਣੀ ਦੀ ਜਾਂ ਇਤਿਹਾਸ ਦੀ ਕਥਾ ਸੁਣਾਂਗੇ, ਓਨਾ ਹੀ ਸਾਡੇ ਆਤਮਾ ਦੇ ਅੰਦਰ ਪ੍ਰੇਮ ਰਸ ਪੈਦਾ ਹੋਵੇਗਾ। ਸਾਚ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅਤੇ ਉਹ ਪ੍ਰੇਮ ਤੁਹਾਨੂੰ ਪਰਮਾਤਮਾ ਦੇ ਦਰਸ਼ਨ ਕਰਾ ਦੇਵੇਗਾ। ਇਹ ਪੁਰਾਣਾਂ ਦੇ ਵਿੱਚ ਖਾਸ ਕਰਕੇ ਸ੍ਰੀਮਦ ਭਾਗਵਤ ਪੁਰਾਣ ਤਾਂ ਭਗਤੀ ਦਾ ਹੀ ਗ੍ਰੰਥ ਹੈ। ਬਾਕੀ ਪੁਰਾਣਾਂ ਵਿੱਚ ਵੀ ਵੈਦਿਕ ਵਿਚਾਰਧਾਰਾ ਨੂੰ ਕਹਾਣੀ ਦੇ ਰੂਪ 'ਚ ਪੇਸ਼ ਕੀਤਾ ਗਿਆ ਹੈ। ਕਿਉਂਕਿ ਜੇ ਸਿੱਧੇ ਵੇਦ ਪੜ੍ਹਾਈਏ ਤਾਂ ਲੋਕਾਂ ਨੂੰ ਸਮਝ ਘੱਟ ਆਉਂਦੇ ਨੇ। ਉਹ ਵੇਦ ਦੀ ਸਿੱਖਿਆ ਨੂੰ ਕਹਾਣੀਆਂ, ਇਤਿਹਾਸ ਬਣਾ ਕੇ ਲਿਖਿਆ ਹੋਇਆ, ਉਹਨੂੰ ਪੁਰਾਣ ਕਹਿੰਦੇ ਹਨ। 18 ਪੁਰਾਣ ਹਨ, 18 ਹੀ ਉਪ ਪੁਰਾਣ ਹਨ। ਉਹਨਾਂ ਪੁਰਾਣਾਂ ਦੀ ਕਥਾ ਪੰਡਤ ਲੋਕ, ਵਿਦਵਾਨ ਲੋਕ ਥਾਂ ਪਰ ਥਾਂ ਕਰਦੇ ਹਨ ਤੇ ਸੰਗਤਾਂ ਬਹਿ ਕੇ ਸੁਣਦੀਆਂ ਹਨ। ਵੇਦ ਕੋਖ ਪਾਵਨ ਕਹੋ ਕਰਹੀ। ਔਰ ਕਿਤੇ ਕਿਤੇ ਵੇਦਾਂ ਦੀ ਵੀ ਸਾਧ ਸੰਗਤ ਜੀ ਰਿਚਾ ਪੜ੍ਹੀਆਂ ਜਾਂਦੀਆਂ ਹਨ। ਵੇਦਾਂ ਦਾ ਉਚਾਰਨ ਹੁੰਦਾ ਹੈ। ਹਾਥਨ ਕੇ ਬਹੁ ਭਾਵ ਉਸਰਹੀ। ਔਰ ਜਦੋਂ ਵੇਦ ਪੜ੍ਹਦੇ ਹਨ, ਵੇਦਾਂ ਦੇ ਉਚਾਰਨ ਕਰਨ ਵੇਲੇ ਹੱਥਾਂ ਦੇ ਨਾਲ ਹਾਵ ਭਾਵ ਕਰਦੇ ਹਨ।
ਜਿਸ ਤਰ੍ਹਾਂ ਸਾਧ ਸੰਗਤ ਜੀ ਉਦਾਤ ਸਵਰ ਹੁੰਦੀ ਉੱਪਰ ਹੱਥ ਕਰ ਦਿੰਦੇ ਹਨ, ਜੇ ਨੀਵੀਂ ਸਵਰ ਹੁੰਦੀ ਥੱਲੇ ਹੱਥ ਕਰ ਦਿੰਦੇ ਹਨ, ਇੱਦਾਂ ਸੱਜੇ ਖੱਬੇ ਹੱਥ ਕਰਕੇ ਪੰਡਤ ਲੋਕ ਹੱਥਾਂ ਦੇ ਨਾਲ ਸ਼ਾਮ ਵੇਦ ਦੀਆਂ ਰਿਚਾ ਪੜ੍ਹਦੇ ਹਨ। ਦਿਜ ਬਾਹਜ ਬਹੁ ਬੈਸ਼ ਸੁਦਰ ਗਨ। ਔਰ ਪੰਡਤ ਵੀ ਤੇ ਖੱਤਰੀ ਵੀ ਔਰ ਸ਼ੂਦਰ ਵੀ ਔਰ ਵੈਸ਼ ਵੀ ਆਪਣੇ ਆਪਣੇ ਕੰਮ ਵਿੱਚ ਲੱਗੇ ਹੋਏ ਹਨ। ਹਿੰਦ ਧਰਮ ਸਭ ਕਰੈ ਭਲੇ ਮਨ। ਔਰ ਸਾਰੇ ਹਿੰਦੂ ਧਰਮ ਨੂੰ ਮੰਨਦੇ ਹਨ। ਬ੍ਰਾਹਮਣ ਤਾਂ ਮੰਨਦੇ ਹੀ ਹਨ, ਖੱਤਰੀ ਵੀ ਮੰਨਦੇ ਹਨ, ਵੈਸ਼ ਜਿਹੜੇ ਵਣਜ ਵਪਾਰ ਕਰਨ ਵਾਲੇ ਜਾਂ ਖੇਤੀ ਕਰਨ ਵਾਲੇ ਉਹਨਾਂ ਨੂੰ ਵੈਸ਼ ਕਹਿੰਦੇ ਹਨ, ਉਹ ਵੀ ਮੰਨਦੇ ਹਨ। ਜਿਹੜੇ ਸੇਵਾ ਕਰਨ ਵਾਲੇ ਹਨ ਸ਼ੂਦਰ, ਉਹ ਵੀ ਮੰਨਦੇ ਹਨ। ਵਿਸ਼ਵਨਾਥ ਸਰਬੋਤਮ ਜਹਾਂ। ਪਰ ਵਿਸ਼ਵਨਾਥ ਕਾਸ਼ੀ ਦਾ ਜੋ ਮੰਦਰ ਹੈ ਇਹ ਸਾਰਿਆਂ ਤੋਂ ਸਰਬੋਤਮ, ਸਾਰੇ ਮੰਦਰਾਂ ਚੋਂ ਸ਼੍ਰੋਮਣੀ ਮੰਦਰ ਹੈ। ਬਾਕੀ ਮੰਦਰ ਜਿਹੜੇ ਹਨ, ਜਿਵੇਂ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਜਾਂਦੇ ਹਾਂ, ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਬਹੁਤ ਗੁਰਦੁਆਰੇ ਇਤਿਹਾਸੀ ਹਨ, ਜਿਵੇਂ ਬਾਬਾ ਅਟੱਲ ਸਾਹਿਬ ਜੀ ਦਾ ਹੈ, ਵਿਵੇਕਸਰ ਸਾਹਿਬ ਹੈ, ਰਾਮਸਰ ਸਾਹਿਬ ਹੈ, ਕੌਲਸਰ ਸਾਹਿਬ ਹੈ, ਔਰ ਸੰਤੋਖਸਰ ਸਾਹਿਬ ਹੈ, ਟਾਹਲੀ ਸਾਹਿਬ ਹੈ, ਛਿਆਟਾ ਸਾਹਿਬ ਹੈ। ਆਲੇ ਦੁਆਲੇ ਸੈਂਕੜੇ ਹਜ਼ਾਰਾਂ ਗੁਰਦੁਆਰੇ ਮਾਝੇ ਦੀ ਧਰਤੀ ਸੇ ਅੰਮ੍ਰਿਤਸਰ ਜ਼ਿਲ੍ਹੇ 'ਚ। ਪਰ ਸਭ ਤੋਂ ਸ਼੍ਰੋਮਣੀ ਕਿਹੜਾ ਹੈ? ਸਭ ਤੋਂ ਸ਼੍ਰੋਮਣੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਹੈ। ਇਸੇ ਤਰ੍ਹਾਂ ਬਨਾਰਸ ਦੇ ਵਿੱਚ ਮੰਦਰ ਬੜੇ ਹਨ, ਪਰ ਵਿਸ਼ਵਨਾਥ, ਜਿਹਨੂੰ ਕਾਸ਼ੀ ਵਿਸ਼ਵਨਾਥ ਕਹਿੰਦੇ ਹਨ, ਉਹ ਸਭ ਤੋਂ ਸ਼੍ਰੋਮਣੀ ਮੰਦਰ ਬਣਿਆ ਹੋਇਆ ਹੈ। ਔਰੰਗਜ਼ੇਬ ਨੇ ਢਵਾ ਦਿੱਤਾ ਸੀ, ਕਾਫੀ ਨੁਕਸਾਨ ਕੀਤਾ ਸੀ। ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਨੇ 1.25 ਮਣ ਸੋਨਾ ਉੱਥੇ ਭੇਜਿਆ ਸੀ। ਉੱਤੇ ਗੁੰਬਜ 'ਤੇ ਲਿਖਿਆ ਹੋਇਆ ਹੈ ਕਿ ਵਿਸ਼ਵਨਾਥ ਕਾਸ਼ੀ ਦੇ ਇਸ ਮੰਦਰ ਦੀ ਸੇਵਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਕਰਵਾਈ ਹੈ। ਸੋ ਸਾਧ ਸੰਗਤ ਜੀ, ਉਸ ਮੰਦਰ ਦੇ ਉੱਤੇ ਔਰੰਗਜ਼ੇਬ ਦੀ ਅੱਖ ਟਿਕ ਗਈ। ਪੂਜਾ ਹੋਤ ਅਧਿਕ ਹੈ ਤਹਾਂ। ਕਾਸ਼ੀ ਵਿਸ਼ਵਨਾਥ ਦੇ ਮੰਦਰ ਦੀ ਬਹੁਤ ਪੂਜਾ ਹੁੰਦੀ, ਲੱਖਾਂ ਸ਼ਰਧਾਲੂ ਆਉਂਦੇ ਨੇ। ਹੁਣ ਤਾਂ ਉੱਥੇ ਬੜੀ ਸਿਕਿਉਰਿਟੀ ਹੈ ਅਤੇ ਲੰਮੀ ਲਾਈਨ ਲੱਗੀ ਹੁੰਦੀ। ਸਵੇਰ ਦੇ ਲਾਈਨ 'ਚ ਲੱਗੋ, ਸ਼ਾਮ ਨੂੰ ਵਾਰੀ ਆਉਂਦੀ ਹੈ ਉੱਥੇ ਮੱਥਾ ਟੇਕਣ ਦੀ। ਇਹੋ ਜਿਹਾ ਕਾਸ਼ੀ ਦਾ ਵਿਸ਼ਵਨਾਥ ਦਾ ਮੰਦਰ ਬੜੀਆਂ ਸੌੜੀਆਂ ਤੰਗ ਗਲੀਆਂ ਵਿੱਚ ਬਣਿਆ ਹੋਇਆ ਹੈ। ਲੋਕ ਹਜ਼ਾरों ਆਏ ਪ੍ਰਭਾਤੀ। ਸਵੇਰੇ ਸਵੇਰੇ ਹੀ ਹਜ਼ਾਰਾਂ ਲੋਕ ਮੱਥਾ ਟੇਕਣ ਆ ਜਾਂਦੇ। ਸ਼ਹਿਰ ਦੀ ਦੁਨੀਆ ਹੀ ਬੜੀ ਹੈ, ਬਾਹਰੋਂ ਤਾਂ ਜਿਹੜੇ ਆਉਂਦੇ ਉਹ ਵੱਖਰੇ। ਜਿਹੜੇ ਉੱਥੇ ਸ਼ਹਿਰ ਬਨਾਰਸ ਵਿੱਚ ਕਾਸ਼ੀ 'ਚ ਰਹਿੰਦੇ ਨੇ, ਨਿਤਨੇਮ ਨਾਲ ਮੱਥਾ ਟੇਕਣ ਵਾਲੇ, ਉਹਨਾਂ ਦੀ ਲੈਣਾ ਹੀ ਨਹੀਂ ਟੁੱਟਦੀਆਂ। ਬੰਦਤ ਪੂਜਤ ਹੈ ਬਹੁ ਭਾਂਤੀ। ਔਰ ਉਹ ਉੱਥੇ ਭਗਵਾਨ ਸ਼ਿਵ ਜੀ ਮਹਾਰਾਜ ਵਿਸ਼ਵਨਾਥ ਨੂੰ ਮੱਥਾ ਟੇਕਦੇ, ਉਹਨਾਂ ਦੀ ਪੂਜਾ ਕਰਦੇ ਹਨ। ਬੇਲ ਪੱਤਰ ਅਰ ਅਰਕ ਦਲਨ ਤੇ। ਕਿਉਂਕਿ ਸ਼ਿਵ ਜੀ ਦੀ ਪੂਜਾ ਵਿੱਚ ਬਿਲ ਪੱਤਰ ਦਾ ਬੜਾ ਸਥਾਨ ਹੈ, ਤੇ ਅੱਕ ਦਾ ਪੱਤਾ ਇਹਦੀ ਵੀ ਬੜੀ ਉੱਥੇ ਮਾਨਤਾ ਹੈ, ਤੇ ਧਤੂਰੇ ਦਾ ਫਲ। ਇਹ ਚੀਜ਼ਾਂ ਅੱਕ ਧਤੂਰਾ ਖਾਵਣਾ, ਰਾਤੀ ਵਾਸਾ ਮੜੀ ਮਸਾਣੇ। 12 ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ। ਭਾਈ ਗੁਰਦਾਸ ਜੀ ਨੇ ਸ਼ਿਵ ਜੀ ਦਾ ਸਰੂਪ ਲਿਖਿਆ ਹੈ ਕਿ ਸ਼ਿਵ ਜੀ ਜੋ ਹਨ ਉਹ ਮੜੀਆਂ ਵਿੱਚ ਰਹਿੰਦੇ ਹਨ ਅਤੇ ਅੱਕ ਧਤੂਰੇ ਦੀ ਖੁਰਾਕ ਛਕਦੇ ਹਨ। ਸੋ ਉੱਥੇ ਜਿਹੜੇ ਉਹਨਾਂ ਦੇ ਭਗਤ ਹਨ, ਕੋਈ ਬੇਲ ਪੱਤਰ ਲਿਆ ਕੇ ਤੇ ਕੋਈ ਅੱਕ ਧਤੂਰੇ ਦੇ ਪੱਤੇ ਲਿਆ ਕੇ ਸ਼ਿਵ ਜੀ ਦੀ ਪੂਜਾ ਕਰਦੇ ਹਨ। ਕਨਕ ਪੱਤਰ ਬਹੁ ਫੂਲ ਫਲਨ ਤੇ। ਕਨਕ ਸਾਧ ਸੰਗਤ ਜੀ ਧਤੂਰੇ ਨੂੰ ਕਹਿੰਦੇ ਨੇ। ਧਤੂਰੇ ਦੇ ਪੱਤੇ, ਧਤੂਰੇ ਦੇ ਫੁੱਲ, ਧਤੂਰੇ ਦੇ ਫਲ ਤੇ ਅੱਕ ਦੇ ਪੱਤੇ ਤੇ ਭੰਗ ਦਾ ਰਗੜਾ ਲਾ ਕੇ ਉੱਤੇ ਚੜਾਉਂਦੇ ਹਨ, ਪੂਜਾ ਕਰਦੇ ਹਨ। ਸ਼੍ਰੀ ਗੰਗਾ ਜਲ ਅਤਿਸ਼ੈ ਪਾਵਨ। ਔਰ ਗੰਗਾ ਜੀ ਦਾ ਜਲ ਲਿਆ ਕੇ ਕਲਸ਼ ਭਰ ਭਰ ਕੇ ਸ਼ਿਵ ਜੀ ਨੂੰ ਇਸ਼ਨਾਨ ਕਰਾਉਂਦੇ ਹਨ। ਭਰ ਭਰ ਲੋਟੇ ਕਰੈ ਸੋ ਪਾਵਨ। ਤੇ ਲਿਆ ਲਿਆ ਲੋਟੇ ਗੰਗਾ ਜਲ ਦੇ ਸ਼ਿਵ ਜੀ ਤੇ ਪਾਉਂਦੇ ਹਨ। ਦੇਵੈ ਧੂਪ ਪ੍ਰਕਰਮਾ ਕਰ ਕਰ। ਔਰ ਧੂਪ ਤੁਖਾਉਂਦੇ ਹਨ ਤੇ ਉਹਦੀਆਂ ਪਰਕਰਮਾ ਕਰਦੇ ਹਨ। ਅੱਜ ਸਮ ਬੋਲੇ
ਮੁਖ ਪਰ ਕਰ ਧਰ। ਤੇ ਮੂੰਹ ਤੇ ਹੱਥ ਧਰ ਕੇ ਏਦਾਂ ਦੀ ਆਵਾਜ਼ ਕੱਢਦੇ ਆ ਜਿਵੇਂ ਬੱਕਰਾ ਬੋਲਦਾ ਹੁੰਦਾ ਹੈ। ਸਭ ਮੰਦਰ ਕੋ ਸ਼ੁਭ ਸਿਰ ਮੋਰ। ਸਾਰੇ ਮੰਦਰਾਂ ਵਿੱਚੋਂ ਸਭ ਤੋਂ ਸ਼੍ਰੋਮਣੀ ਮੰਦਰ ਜੋ ਪੁਰਾਤਨ ਹੈ ਕਾਸ਼ੀ ਵਿਸ਼ਵਨਾਥ ਦਾ ਮੰਦਰ ਹੈ। ਬਾਅਦ ਵਿੱਚ ਸਾਧ ਸੰਗਤ ਜੀ ਜਦੋਂ ਮਦਨ ਮੋਹਨ ਮਾਲਵੀਆ ਜੀ ਨੇ ਹਿੰਦੂ ਬਨਾਰਸ ਯੂਨੀਵਰਸਿਟੀ ਬਣਾਈ ਸੀ, ਅੱਜ ਤੋਂ ਕੋਈ 125 ਸਾਲ ਪਹਿਲਾਂ, ਉਹਦਾ ਨੀਂਹ ਪੱਥਰ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਵਾਣੇ ਵਾਲੇ ਮਹਾਂਪੁਰਸ਼ਾਂ ਦੇ ਹੱਥਾਂ ਤੋਂ ਰਖਾਇਆ ਗਿਆ। ਸਾਰੇ ਹਿੰਦੁਸਤਾਨ ਵਿੱਚ ਨਿਗਾਹ ਮਾਰੀ ਕੋਈ ਮਹਾਂਪੁਰਸ਼ ਤਾਂ ਸੰਤ ਅਤਰ ਸਿੰਘ ਜੀ ਤੇ ਸਾਰਿਆਂ ਦਾ ਵਿਸ਼ਵਾਸ ਬਣਿਆ ਵੀ ਉਹ ਪੂਰਨ ਬ੍ਰਹਮ ਗਿਆਨੀ ਸਾਧੂ ਹਨ। ਉਹਨਾਂ ਨੂੰ ਬੁਲਾ ਕੇ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ ਬਾਬਾ ਅਤਰ ਸਿੰਘ ਜੀ ਤੋਂ ਰਖਾਇਆ ਗਿਆ। ਔਰ ਉਸ ਵੇਲੇ ਬਹੁਤ ਸਾਰੇ ਹਿੰਦੂ ਪੰਡਤਾਂ ਨੇ ਮਹਾਂਪੁਰਸ਼ਾਂ ਦੇ ਨਾਲ ਕਥਾ ਸੁਣ ਕੇ ਖੰਡੇ ਦਾ ਅੰਮ੍ਰਿਤ ਵੀ ਪਾਨ ਕੀਤਾ ਸੀ। ਉਹ ਸਾਡੇ ਅੰਬਾਲੇ ਦੇ ਪੰਡਤ ਲਛਮਣ ਸਿੰਘ ਜੀ ਇੱਕ ਹੋਏ ਨੇ, ਉੱਥੋਂ ਵਿੱਦਿਆ ਪੜ੍ਹੀ ਸੀ ਉਹਨਾਂ ਨੇ, ਤੇ ਕਹਿੰਦੇ ਵੀ ਸੰਤਾਂ ਦੇ ਨਾਲ ਜਦੋਂ ਉੱਥੇ ਪਹੁੰਚੇ ਸਨ ਤੇ ਉਹਨਾਂ ਦੇ ਨਾਲ ਬਹੁਤ ਸਾਰੇ ਪੰਡਤਾਂ ਨੇ ਅੰਮ੍ਰਿਤ ਛਕਿਆ ਸੀ। ਇਹ ਕਥਾ ਸੰਤਾਂ ਦੀ ਜੀਵਨੀ ਵਿੱਚ ਵੀ ਆਉਂਦੀ ਹੈ। ਰਹੋ ਵਿਚਾਰ, ਉੱਥੇ ਜਿਹੜਾ ਦੂਸਰਾ ਯੂਨੀਵਰਸਿਟੀ ਦੇ ਵਿੱਚ ਵੀ ਇੱਕ ਵਿਸ਼ਵਨਾਥ ਦਾ ਮੰਦਰ ਬਣਾਇਆ ਗਿਆ, ਉਹ ਬੜੀ ਖੁੱਲ੍ਹੀ ਥਾਂ 'ਤੇ ਸਾਫ ਸੁਥਰਾ ਹੈ ਤੇ ਉਹਦੇ ਵਿੱਚ ਜਿੰਨੀਆਂ ਵੀ ਦੀਵਾਰਾਂ ਨੇ ਆਲੇ ਦੁਆਲੇ ਮੰਦਰ ਦੀਆਂ ਸੰਗੇ ਮਰਮਰ ਦੀਆਂ ਹਨ ਤੇ ਸਾਰੀ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਮੰਦਰ ਦੀਆਂ ਦੀਵਾਰਾਂ 'ਤੇ ਸ਼ਲੋਕ ਮਹੱਲਾ ਨਾਮਾ ਲਿਖਿਆ ਹੋਇਆ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਇਹ ਬਾਣੀ ਸਾਰੀ 9ਵੇਂ ਪਾਤਸ਼ਾਹ ਦੀ ਬਨਾਰਸ ਦੇ ਦੂਸਰੇ ਮੰਦਰ ਵਿੱਚ, ਜਿਹੜਾ 1900 ਤੋਂ ਬਾਅਦ ਬਣਿਆ ਸੀਗਾ। ਜਿਹੜਾ ਪੁਰਾਣਾ ਮੰਦਰ ਹੈ ਉਹ ਅੰਦਰ ਸ਼ਹਿਰ ਦੇ ਵਿੱਚ, ਜਿਸ ਨੂੰ ਵਿਸ਼ਵਨਾਥ ਕਾਸ਼ੀ ਦਾ ਮੰਦਰ ਕਹਿੰਦੇ ਨੇ, ਉਹਦੀ ਕਵੀ ਜੀ ਇੱਥੇ ਗੱਲ ਕਥਾ ਸੁਣਾ ਰਹੇ ਨੇ। ਕਹਿੰਦੇ ਉੱਥੇ ਹਜ਼ਾਰਾਂ ਲੋਕ ਮੱਥਾ ਟੇਕਣ ਆਉਂਦੇ ਹਨ। ਜੇਠਾਂ ਤੁੰਗ ਲਿੰਗ ਸਿਰ ਮੋਰ। ਉੱਥੇ ਸਭ ਤੋਂ ਜੋ ਪੁਰਾਤਨ ਸ਼ਿਵ ਜੀ ਦਾ ਜੋਤੀ ਲਿੰਗ ਮੌਜੂਦ ਹੈ, ਜਿਹਦੀ ਸਾਰੇ ਪੂਜਾ ਕਰਦੇ ਨੇ, ਸ਼ਿਵਲਿੰਗ ਦੀ। ਪ੍ਰਥਮ ਨਰੰਗਾ ਤਹ ਚਲ ਗਇਓ। ਔਰੰਗਜ਼ੇਬ ਪਾਪੀ ਸਭ ਤੋਂ ਪਹਿਲਾਂ ਉਸੇ ਮੰਦਰ 'ਚ ਪਹੁੰਚਿਆ ਹੈ। ਪ੍ਰਿੰਦ ਨਰਨ ਕੋ ਦੇਖਤ ਭਇਓ। ਉਹਨੇ ਵੇਖਿਆ ਹਜ਼ਾਰਾਂ ਹਿੰਦੂ ਮੱਥੇ ਟੇਕਣ ਆਏ ਨੇ, ਗਲੈਣਾਂ ਲੱਗੀਆਂ ਨੇ, ਕੋਈ ਪ੍ਰਸ਼ਾਦ ਚੜਾ ਰਿਹਾ, ਕੋਈ ਆਰਤੀ ਕਰ ਰਿਹਾ, ਕੋਈ ਘੰਟੇ ਵਜਾ ਰਿਹਾ, ਔਰ ਸ਼ਰਧਾ ਭਗਤੀ ਦਾ ਮਾਹੌਲ ਬਹੁਤ ਜ਼ਿਆਦਾ ਹੈ। ਸਭ ਸੋ ਲਿੰਗ ਉਖਰ ਕਰ ਉਛਰਿਓ। ਕਹਿੰਦੇ ਹਨ ਔਰੰਗਜ਼ੇਬ ਨੂੰ ਵੇਖ ਕੇ ਉਹ ਸ਼ਿਵਲਿੰਗ ਉੱਥੋਂ ਉਛਲ ਕੇ ਖੂਹ 'ਚ ਡਿੱਗ ਪਿਆ ਸੀ। ਦੋ ਰਾਵਾਂ ਹਨ, ਪੰਡਿਤ ਲੋਕ ਤਾਂ ਇਹੀ ਕਹਿੰਦੇ ਕਿ ਸ਼ਿਵ ਜੀ ਮਹਾਰਾਜ ਆਪ ਹੀ ਖੂਹ 'ਚ ਜਾ ਪਏ ਵੀ ਇਹਦੇ ਹੱਥ ਨਾ ਮੈਨੂੰ ਲੱਗਣ, ਪਰ ਵਿਦਵਾਨਾਂ ਦਾ ਇਹ ਮਤ ਵੀ ਹੈ ਬਈ ਔਰੰਗਜ਼ੇਬ ਦੇ ਬੰਦਿਆਂ ਨੇ ਚੁੱਕ ਕੇ ਖੂਹ 'ਚ ਸਿੱਟ ਦਿੱਤਾ ਸੀ। ਰਹੋ ਵਿਚਾਰ, ਜਿਵੇਂ ਵੀ ਹੋਇਆ ਉਹ ਸ਼ਿਵਲਿੰਗ ਖੂਹ ਵਿੱਚ ਚਲਾ ਗਿਆ। ਗਿਆਨ ਕੂਪ ਮੈਂ ਤੂਰਨ ਪਰਿਓ। ਉਹ ਗਿਆਨ ਦੇ ਖੂਹ ਵਿੱਚ ਪੈ ਗਿਆ, ਭਾਵ ਸੰਪੂਰਨ ਸਮਾਪਤ ਹੋ ਗਿਆ। ਤੁਰਕ ਦੁਸ਼ਟ ਕੇ ਜਾਣੇ ਕਰਕੇ। ਔਰੰਗਜ਼ੇਬ ਪਾਪੀ ਦਾ ਉੱਥੇ ਪੈਰ ਪੈ ਗਿਆ ਉਹਦੇ ਜਾਣ ਕਰਕੇ। ਲੱਖ ਤਪ ਤੇਜ ਰਹਿਓ ਨਾ ਥਿਰਕੈ। ਉਹਦਾ ਤਪ ਤੇਜ ਵੇਖ ਕੇ ਉੱਥੋਂ ਦੇ ਦੇਵਤੇ ਵੀ ਸਾਥ ਛੱਡ ਗਏ ਤੇ ਪੰਡਿਤ ਵੀ ਡਰ ਗਏ। ਜਿਵੇਂ ਰਾਵਣ ਤੇ ਡਰ ਕਰ ਰਹੇ। ਜਿਵੇਂ ਰਾਵਣ ਤੋਂ ਦੇਵਤੇ ਡਰ ਗਏ ਸਨ, ਇਹ ਵੀ ਇੱਕ ਤਰ੍ਹਾਂ ਦਾ ਰਾਵਣ ਹੀ ਆ ਗਿਆ ਸੀ ਕਲਯੁਗ ਦੇ ਵਿੱਚ। ਬ੍ਰਹਮਾ ਵਿਸ਼ਨੂੰ ਆਦਿ ਜੇ ਅਹੇ। ਜਿਹੜੇ ਬ੍ਰਹਮਾ ਵਿਸ਼ਨੂੰ ਵਰਗੇ, ਸ਼ਿਵ ਜੀ ਵਰਗੇ ਦੇਵਤੇ ਰਾਵਣ ਤੋਂ ਭੱਜ ਗਏ ਸਨ। ਕਹਿੰਦੇ ਇਹੋ ਜਿਹਾ ਸਮਾਂ ਬਣਿਆ ਸੀ, ਰਾਵਣ ਨੇ ਸਾਰੇ ਪਾਸੇ ਆਪਣੀ ਦੁਹਾਈ ਫਿਰਾ ਦਿੱਤੀ ਸੀ। ਜਬੈ ਸਮੋ ਤਿਸ ਨਾਸ਼ਨ ਹੋਵਾ। ਕਿਉਂਕਿ ਜਦੋਂ ਉਹਦੇ ਨਾਸ ਦਾ ਰਾਵਣ ਦਾ ਅੰਤ ਆਇਆ ਸੀ, ਉਹ ਪਾਪ ਕਰਨ ਲੱਗ ਪਿਆ ਸੀ, ਹੰਕਾਰੀ ਹੋ ਗਿਆ ਸੀ। ਔਰੰਗਜ਼ੇਬ ਵੀ ਹੰਕਾਰੀ ਹੋ ਕੇ ਆਪਣੀਆਂ ਜੜ੍ਹਾਂ ਪੁੱਟਣ ਲੱਗਾ ਹੈ। ਰਾਮਚੰਦ ਤਨ ਧਰ ਸੋ ਖੋਵਾ। ਮੈਦਾਨੇ ਜੰਗ ਵਿੱਚ ਸ੍ਰੀ ਰਾਮਚੰਦਰ ਜੀ ਮਹਾਰਾਜ ਨੇ ਤੀਰ ਮਾਰ ਕੇ ਰਾਵਣ ਦਾ ਨਾਸ ਕਰ ਦਿੱਤਾ ਸੀ। ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਵਿੱਚ ਲਿਖਦੇ ਨੇ, ਰਾਮਚੰਦ ਮਾਰਿਓ ਇਹ ਰਾਵਣ, ਭੇਦ ਭਵੀਖਣ ਗੁਰਮੁਖ ਪਰਚਾਇਣ। ਕਹਿੰਦੇ ਰਾਮਚੰਦਰ ਜੀ ਨੇ ਰਾਵਣ ਨੂੰ ਮਾਰਿਆ, ਭੇਦ ਗੁਰਮੁਖ ਨੇ ਦਿੱਤਾ ਸੀ, ਜਿਸ ਨੂੰ ਭਵੀਸ਼ਣ ਕਹਿੰਦੇ ਹਾਂ।
ਗੁਰੂ ਨਾਨਕ ਸਾਹਿਬ ਜੀ ਨੇ ਵਿਭੀਸ਼ਣ ਨੂੰ ਗੁਰਮੁਖ ਕਿਹਾ ਹੈ। ਅੱਜ ਕੱਲ੍ਹ ਸਾਡੇ ਕਈ ਪ੍ਰਚਾਰਕ ਉਲਟੀ ਕਥਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਵਿਭੀਸ਼ਣ ਦੇ ਖਿਲਾਫ ਬੋਲਦੇ ਹਨ, ਗੁਰਬਾਣੀ ਨੂੰ ਨਹੀਂ ਪੜ੍ਹਦੇ। ਅਸੀਂ ਤਾਂ ਗੁਰਮਤਿ ਅਨੁਸਾਰ ਗੱਲ ਕਰਨੀ, ਗੁਰਬਾਣੀ 'ਚ ਉਹਨੂੰ ਗੁਰਮੁਖ ਲਿਖਿਆ ਹੈ। ਰਾਮ ਕਲੀ ਦੇ ਰਾਗ ਵਿੱਚ ਪਾਵਨ ਬਚਨ ਨੇ, ਰਾਮਚੰਦ ਮਾਰਿਓ ਇਹ ਰਾਵਣ, ਭੇਦ ਭੀਖਣ ਗੁਰਮੁਖ ਪਰਚਾਇਣ। ਸੋ ਜਦੋਂ ਰਾਵਣ ਦਾ ਮਾਰਨ ਦਾ ਸਮਾਂ ਬਣਿਆ, ਉਹਦੇ ਪਾਪਾਂ ਦਾ ਘੜਾ ਭਰ ਗਿਆ ਤੇ ਉਹ ਮਾਰਿਆ ਗਿਆ। ਇਸੇ ਤਰ੍ਹਾਂ ਜਦੋਂ ਔਰੰਗਜ਼ੇਬ ਦੇ ਪਾਪਾਂ ਦਾ ਘੜਾ ਭਰ ਜਾਏਗਾ ਤਾਂ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਾਣੀ ਦਾ ਤੀਰ ਮਾਰਨਗੇ। ਕੀ ਬਾਣੀ ਦਾ ਤੀਰ ਮਾਰਿਆ? ਜਫਰਨਾਮਾ ਲਿਖ ਕੇ ਭੇਜਿਆ। ਜਫਰਨਾਮਾ ਪੜ੍ਹ ਕੇ ਪਾਪੀ ਨਰਕਾਂ ਨੂੰ ਚਲਾ ਗਿਆ। ਅੱਜ ਔਰੰਗਜ਼ੇਬ ਕਿੱਥੇ ਪਹੁੰਚਿਆ? ਬਨਾਰਸ ਵਿਸ਼ਵਨਾਥ ਦੇ ਮੰਦਿਰ ਵਿੱਚ। ਤਿਮ ਮਲੇਛ ਨੋ ਰੰਗ ਕੇ ਗਏ, ਕਹਿੰਦੇ ਔਰੰਗਜ਼ੇਬ ਦੇ ਮਲੇਛ ਉੱਥੇ ਜਾ ਪਹੁੰਚੇ ਨੇ, ਸਣੇ ਜੁੱਤੀਆਂ ਦੇ ਮੰਦਿਰ 'ਚ ਵੜ ਗਏ ਨੇ। ਵਿਸ਼ਵਨਾਥ ਥਰ ਤਿਆਗਤ ਭਏ, ਤੇ ਵਿਸ਼ਵਨਾਥ ਜੀ ਆਪਣੀ ਜਗ੍ਹਾ ਛੱਡ ਕੇ ਖੂਹ ਵਿੱਚ ਚਲੇ ਗਏ ਹਨ। ਗਿਆਨ ਖੂਹ ਵਿੱਚ ਭਾਵ ਅਲੋਪ ਹੋ ਗਏ ਹਨ। ਅਪਰ ਜੇ ਪ੍ਰਤਮਾ ਸਗਲ ਬਿਦਾਰੀ, ਹੋਰ ਜਿਹੜੀਆਂ ਮੂਰਤੀਆਂ ਸੀਗੀਆਂ ਉਹ ਵੀ ਸਾਧ ਸੰਗਤ ਜੀ ਇਹਨਾਂ ਨੇ ਤੋੜ ਦਿੱਤੀਆਂ ਮੰਦਰਾਂ ਦੀਆਂ ਆਲੇ ਦੁਆਲੇ। ਅੰਗ ਭੰਗ ਕਰ ਕਿਤ ਕਿਤ ਡਾਰੀ, ਅੰਗ ਤੋੜ ਤੋੜ ਕੇ ਮੂਰਤੀਆਂ ਗਲੀਆਂ 'ਚ ਸਿੱਟ ਦਿੱਤੀਆਂ। ਕਿਸੇ ਮੂਰਤੀ ਦਾ ਨੱਕ ਤੋੜਤਾ, ਕਿਸੇ ਦਾ ਸਿਰ ਭੰਨਤਾ, ਕਿਸੇ ਦੇ ਹੱਥ ਪੈਰ ਤੋੜ ਦਿੱਤੇ ਹਨ। ਚਹ ਪਹਿਰਵ ਕੋ ਤੋ ਸਥਾਨੇ, ਵਿਸ਼ਵਨਾਥ ਕਾਸ਼ੀ ਦੇ ਮੰਦਿਰ ਤੋਂ ਥੋੜੀ ਹੀ ਦੂਰੀ ਤੇ ਸ਼ਹਿਰ ਦੇ ਅੰਦਰ ਹੀ ਇੱਕ ਹੋਰ ਮੰਦਿਰ ਹੈ, ਉਹਨੂੰ ਭੈਰੋਂ ਦੀ ਲੱਠ ਕਹਿੰਦੇ ਨੇ। ਉਹ ਭੈਰੋਂ ਦਾ ਮੰਦਿਰ ਹੈ, ਉਹ ਵੀ ਬਹੁਤ ਪੁਰਾਤਨ ਹੈ, ਹਜ਼ਾਰਾਂ ਸਾਲ ਪੁਰਾਣੇ ਨੇ ਦੋਵੇਂ ਮੰਦਿਰ। ਹਿੰਦੂ ਧਰਮ ਦੇ ਕੇਂਦਰ ਹਨ। ਉਹ ਜਿਹੜੀ ਭੈਰੋਂ ਦਾ ਮੰਦਿਰ ਹੈ, ਫਿਰ ਕਿਸੇ ਨੇ ਆਖਿਆ ਜੀ ਉਧਰ ਵੀ ਚਲੋ, ਫਿਰ ਉਧਰ ਚਲਾ ਗਿਆ ਔਰੰਗਜ਼ੇਬ। ਲਾਠ ਠਾਂਡੀ ਗਾਡੀ ਜਨ ਮਾਨੇ, ਕਹਿੰਦੇ ਉੱਥੇ ਭੈਰੋਂ ਦੀ ਲੱਠ ਗੱਡੀ ਹੋਈ ਉੱਚੀ ਲੰਮੀ ਸਾਰੀ, ਉਹਨੂੰ ਮੰਨਦੇ ਸਾਰੇ। ਦੁਸ਼ਟਨ ਪਨਿਓ ਨਰੰਗੇ ਸੰਗ, ਦੁਸ਼ਟ ਬੰਦਿਆਂ ਦੇ ਜਿਹੜੇ ਉੱਥੋਂ ਦੇ ਰਹਿਣ ਵਾਲੇ ਸਨ ਜਾਂ ਔਰੰਗਜ਼ੇਬ ਦੇ ਨਾਲ ਗਏ ਸਨ, ਉਹਨਾਂ ਨੇ ਔਰੰਗਜ਼ੇਬ ਨੂੰ ਆਖਿਆ, ਇਹ ਕਿਆ ਪਾਥਰ ਖਰੇ ਹੋ ਤੰਗ। ਦੇਖੋ ਬਾਦਸ਼ਾਹ ਸਲਾਮਤ, ਆ ਜਿਹੜਾ ਪੱਥਰ ਇੰਨਾ ਉੱਚਾ ਖੜਾ ਕੀਤਾ, ਉਹ ਪੱਥਰ ਦੀ ਨਾ ਲਾਠੀ ਬਣਾਈ ਹੋਈ ਸੀ। ਪੱਥਰ ਦਾ ਇੱਕ ਸਤੂਪ ਜਿਹਾ ਖੜਾ ਸੀ, ਉਹਨੂੰ ਭੈਰੋਂ ਦੀ ਲੱਠ ਕਹਿੰਦੇ ਸੀ। ਹਿੰਦੂ ਉਹਦੀ ਪੂਜਾ ਕਰਦੇ ਸੀ, ਕਹਿੰਦੇ ਭਗਵਾਨ ਭੈਰੋਂ ਉਹਦੀ ਇਹ ਲਾਠੀ ਹੈ, ਉਹਦੀ ਮਾਨਤਾ ਕਰਦੇ ਸੀ। ਆਪੋ ਆਪਣੀ ਆਸਥਾ ਹੈ। ਤੇ ਇਹ ਕਹਿੰਦੇ ਆ ਕੀ ਜੀ ਉੱਚਾ ਜਿਹਾ ਪੱਥਰ ਖੜਾ ਹੈ, ਪੱਥਰ ਦੀ ਲਾਠੀ ਬਣਾ ਕੇ ਪੂਜੀ ਜਾਂਦੇ ਨੇ। ਲੱਠ ਭੈਰਵ ਕੀ ਸਕਲ ਬਖਾਨੇ, ਇਹਨੂੰ ਭੈਰੋਂ ਦੀ ਲੱਠ ਕਹਿੰਦੇ ਨੇ। ਬੜੀ ਪੂਜਾ ਕਰਦੇ ਨੇ ਹਿੰਦੂ ਲੋਕ ਇਸ ਦੀ। ਹਿੰਦੂ ਦੇਤ ਦਰਬ ਮੋਹ ਮਾਨੇ, ਹਿੰਦੂ ਬੜਾ ਪੈਸਾ ਚੜਾਉਂਦੇ ਨੇ, ਇਸ ਮੰਦਿਰ ਦੀ ਬੜੀ ਪੂਜਾ ਕਰਦੇ ਨੇ। ਆਪ ਕਰੋ ਅਵਲੋਕਨ ਠੋਰ, ਬਾਦਸ਼ਾਹ ਸਲਾਮਤ ਤੁਸੀਂ ਆਪ ਜਾ ਕੇ ਦੇਖੋ ਕਿੱਡਾ ਪਖੰਡ ਰਚਿਆ ਹੋਇਆ ਹਿੰਦੂਆਂ ਨੇ। ਉਚਿਤ ਭਗਨ ਕੇ ਲੱਖ ਦੇਹ ਫੋਰ, ਸਾਡਾ ਖਿਆਲ ਹੈ ਵੀ ਇਹ ਤੋੜ ਦੇਣੀ ਚਾਹੀਦੀ ਹੈ। ਇਹਦੇ ਨਾਲ ਬੜਾ ਅੰਧ ਵਿਸ਼ਵਾਸ ਫੈਲਿਆ ਹੋਇਆ ਹੈ। ਹਜ਼ਾਰਾਂ ਹਿੰਦੂ ਜਿਹੜੇ ਹਨ, ਲੱਖਾਂ ਹਿੰਦੂ ਇਹਨੂੰ ਭੈਰੋਂ ਦੀ ਲੱਠ ਸਮਝ ਕੇ ਪੂਜੀ ਜਾਂਦੇ। ਹੈ ਤਾਂ ਪੱਥਰ ਹੀ ਹੈ, ਕੋਈ ਵੱਡੀ ਚੀਜ਼ ਨਹੀਂ। ਤੋੜ ਦਿਓ ਇਸ ਨੂੰ। ਉੱਚੀ ਅਰਕ ਸੋ ਗਾਡੀ ਠਾਂਡੀ, ਔਰ ਇਹ ਉੱਚੀ ਬੜੀ ਗੱਡ ਕੇ ਜ਼ਮੀਨ 'ਚ ਡੂੰਘੀ ਤੇ ਉੱਪਰ ਤੱਕ ਇਹਨੂੰ ਖੜਾ ਕੀਤਾ ਹੋਇਆ। ਇਹ ਗੋਲ ਜਿਵੇਂ ਸਾਧ ਸੰਗਤ ਜੀ ਕੋਈ ਖੰਭਾ ਜਿਹਾ ਹੁੰਦਾ, ਇੱਦਾਂ ਪੱਥਰ ਦਾ ਉਹ ਖੰਭਾ ਜਿਹਾ ਬਣਾਇਆ ਹੋਇਆ ਸੀਗਾ ਤੇ ਉਹਨੂੰ ਜ਼ਮੀਨ 'ਚ ਗੱਡਿਆ, ਥੱਲਿਓਂ ਲੈ ਕੇ ਉੱਪਰ ਤੱਕ ਉਹ ਦਿਸਦਾ ਸੀ। ਇਹਨੂੰ ਕਹਿੰਦੇ ਸੀ ਵੀ ਇਹ ਭੈਰੋਂ ਦੀ ਲੱਠ ਹੈ। ਬਹੁਤ ਮਹਾਤਮ ਮਹਿਮਾ ਬਾਡੀ, ਤੇ ਸਾਧ ਸੰਗਤ ਜੀ ਉਹਦਾ ਬੜਾ ਮਾਨਤਾ ਤਾਣ ਹੁੰਦਾ ਸੀ, ਸਤਿਕਾਰ ਹੁੰਦਾ ਸੀ। ਹਜ਼ਾਰਾਂ ਲੱਖਾਂ ਲੋਕ ਪੂਜਾ ਕਰਨ ਆਉਂਦੇ ਉਹਦੀ। ਪੈਸਾ ਬੜਾ ਚੜ੍ਹਦਾ ਉਹਦੇ ਮੰਦਿਰ ਵਿੱਚ। ਜਰ ਨਹਿ ਸਕਿਓ ਜਰਿਓ ਮਤ ਮੰਦ, ਜਦੋਂ ਔਰੰਗਜ਼ੇਬ ਨੇ ਭੈਰੋਂ ਦੀ ਲੱਠ ਵੇਖੀ, ਕਹਿਣ ਲੱਗਾ ਹਾਂ ਇਹ ਵੀ ਗਲਤ ਹੈ, ਇਹ ਵੀ ਪਖੰਡ ਹੈ, ਇਹ ਨਹੀਂ ਹੋਣਾ ਚਾਹੀਦਾ।
ਇਹ ਸੁਣ ਵੇਖ ਕੇ ਨਾ ਲੱਠ ਵੱਲ ਸੜ ਬਲ ਗਿਆ। ਤਤ ਛਿਨ ਦੀਨਸ ਹੁਕਮ ਬਿਲੰਦ। ਔਰੰਗੇ ਨੇ ਉਸੇ ਵੇਲੇ ਉਸ ਲੱਠ ਨੂੰ ਢਾਣ ਦਾ ਹੁਕਮ ਦੇ ਦਿੱਤਾ। ਖੰਡ ਖੰਡ ਇਸ ਕੇ ਕਰਵਾਵੋ। ਕਹਿਣ ਲੱਗਾ ਇਸ ਲੱਠ ਦੇ ਟੋਟੇ ਟੋਟੇ ਕਰ ਦਿਓ, ਇਸ ਨੂੰ ਖਤਮ ਕਰ ਦਿਓ, ਤੋੜ ਦਿਓ ਥੋੜੇ ਮਾਰ ਮਾਰ ਕੇ। ਫੋਰ ਫੋਰ ਕਰ ਅਮਨ ਮਿਲਾਵੋ। ਇਹਨੂੰ ਤੋੜ ਤੋੜ ਕੇ ਪੱਥਰ ਦੇ ਟੁਕੜੇ ਜ਼ਮੀਨ ਤੇ ਲਾ ਦਿਓ, ਵਿਛਾ ਦਿਓ ਗਲੀ ਦੇ ਵਿੱਚ। ਜਰ ਖਨਵਾਵੋ ਜਹ ਲਗ ਹੈ। ਤੇ ਇਹਦੀ ਥੱਲੇ ਤੱਕ ਜੜ ਪੁੱਟੋ। ਕਿੰਨਾ ਡੂੰਘਾ ਹੈ? 10 ਫੁੱਟ ਹੋਏਗਾ, 20 ਫੁੱਟ ਹੋਏਗਾ। ਜਿੰਨਾ ਡੂੰਘਾ ਜ਼ਮੀਨ ਪੁੱਟ ਕੇ ਥੱਲਿਓਂ ਜੜ ਤੋਂ ਕੱਢ ਦਿਓ, ਤਾਂ ਕਿ ਕੱਲ ਨੂੰ ਕੋਈ ਹਿੰਦੂ ਇੱਥੇ ਮੁੜ ਕੇ ਇਹੋ ਜਿਹੀ ਲੱਠ ਦੀ ਪੂਜਾ ਨਾ ਕਰੇ। ਕਰੋ ਖਾਰਨ ਫੇਰ ਨਾ ਰਹੈ। ਇਹਨੂੰ ਜੜੋਂ ਪੱਟ ਕੇ ਸੁੱਟੋ, ਤਾਂ ਕਿ ਮੁੜ ਕੇ ਕਿਤੇ ਇਹਦਾ ਦੁਬਾਰਾ ਕੋਈ ਪੁਨਰ ਸਥਾਪਨ ਨਾ ਕਰ ਲਵੇ। ਇਮ ਪਨ ਨੋ ਰੰਗ ਪੁਨ ਵਿਚਾਰੋ। ਇਹ ਕਹਿ ਕੇ ਔਰੰਗਜ਼ੇਬ ਨੇ ਫਿਰ ਆਪਣੇ ਮਨ 'ਚ ਵਿਚਾਰ ਕੀਤੀ। ਕਹਿਓ ਤੋਪ ਸੰਗੋਰੇ ਮਾਰੋ। ਕਹਿਣ ਲੱਗਾ ਏਦਾਂ ਦੇ ਟੁੱਟਣਾ ਨਹੀਂ, ਬਹੁਤ ਵੱਡਾ ਪੱਥਰ ਹੈ, ਇਹਨੂੰ ਤੋਪਾਂ ਦੇ ਗੋਲਿਆਂ ਨਾਲ ਉਡਾ ਦਿਓ। ਤੋਪ ਦੇ ਗੋਲੇ ਮਾਰੋ, ਬਰੂਦ ਦੇ ਨਾਲ ਉਡਾ ਦਿਓ। ਟੂਟ ਪਰੈ ਜਵੇ ਅਵਨੀ ਮਾਹੇ। ਜਦੋਂ ਇਹ ਲੱਠ ਡਿੱਗੇਗੀ ਧਰਤੀ ਤੇ ਟੁੱਟ ਕੇ, ਪੁਨ ਖੁਨ ਵਾਹੀ ਜਹਾਂ ਲਗ ਜਾਹੇ। ਫੇਰ ਥੱਲੇ ਜਿਹੜਾ ਹਿੱਸਾ ਰਹਿ ਜਾਏਗਾ, ਉੱਪਰ ਵਾਲਾ ਤੋਪਾਂ ਨਾਲ ਤੋੜ ਦਿਓ। ਜਦੋਂ ਥੱਲੇ ਰਹਿ ਜਾਏਗਾ, ਉਹਨੂੰ ਜੜ੍ਹਾਂ ਤੋਂ ਪਿੱਟ ਦਿਓ। ਦੀਰਘ ਤੋਪ ਤਹਾਂ ਲੈ ਆਏ। ਕਹਿੰਦੇ ਬਾਦਸ਼ਾਹ ਦਾ ਹੁਕਮ ਮੰਨ ਕੇ ਸਾਰੇ ਉਹ ਜਿਹੜੇ ਤੋਪਚੀ ਸਨ, ਤੋਪਾਂ ਚਲਾਉਣ ਵਾਲੇ, ਵੱਡੀ ਤੋਪ ਉੱਥੇ ਲੈ ਆਏ। ਸਹਿਤ ਸਮਾਜ ਸਾਹੋ ਜਿਸ ਥਾਏ। ਬਾਦਸ਼ਾਹ ਆਪ ਕਿਸੇ ਉੱਚੀ ਥਾਂ ਤੇ ਖੜ ਕੇ ਤਮਾਸ਼ਾ ਦੇਖਣ ਲੱਗਾ। ਲੱਠ ਭੈਰੋਂ ਦੀ ਨੂੰ ਤੋਪਾਂ ਦੇ ਗੋਲਿਆਂ ਨਾਲ ਉਡਾਣ ਦੀ ਸੋਚਦੇ ਨੇ। ਬਹੁ ਬਰੂਦ ਕੀ ਭਰ ਭਰ ਥੈਲੀ। ਬਰੂਦ ਦੀਆਂ ਥੈਲੀਆਂ ਭਰ ਭਰ ਕੇ ਗੱਜ ਸੋ ਠੋਕ ਤੋਪ ਮਹਿ ਮੇਲੀ। ਵਿੱਚ ਗੋਲਾ ਪਾ ਕੇ ਗੱਜ ਦੇ ਨਾਲ ਠੋਕ ਦਿੱਤਾ ਹੈ। ਅਦਗ ਭਾਰ ਆਇ ਮੈਂ ਬੜ ਗੋਰਾ। ਭਾਰਾ ਵੱਡਾ ਗੋਲਾ ਪਾਇਆ। ਪਹਿਲਾਂ ਬਰੂਦ ਪਾਉਂਦੇ ਨੇ, ਫਿਰ ਗੋਲਾ ਪਾਉਂਦੇ ਨੇ, ਫਿਰ ਪਲੀਤਾ ਲਾ ਕੇ ਅੱਗ ਲਾਉਂਦੇ ਨੇ। ਭਰਿਓ ਤਿਆਰ ਕਰ ਲੱਠ ਮੁਖ ਮੋਰਾ। ਤੇ ਉਹਨੂੰ ਨਿਸ਼ਾਨਾ ਲਾਇਆ ਤੋਪਚੀ ਨੇ ਲੱਠ ਵਾਲੇ ਪਾਸੇ, ਜਿੱਧਰ ਉਹ ਲੱਠ ਸੀਗੀ ਬੜੀ ਵੱਡੀ ਭੈਰੋਂ ਦੀ ਗੱਡੀ ਹਿੰਦੂ ਮੰਨਦੇ ਸਨ। ਪੱਥਰ ਦੀ ਲੱਠ ਨੂੰ ਉਹਨਾਂ ਨੇ ਨਿਸ਼ਾਨਾ ਬਣਾ ਕੇ ਲਈ ਜਵਲਤ ਜੋਤ ਮਗਨ ਮਤਾਪੀ। ਔਰ ਬਲਦੀ ਹੋਈ ਮਸਾਲ ਜਾਂ ਮਤਾਬੀ ਹੱਥ ਵਿੱਚ ਲੈ ਕੇ ਉਹਨੂੰ ਅਪਲੀਤਾ ਤੁਖਾਇਆ ਹੈ ਤੋਪਚੀ ਨੇ। ਭਰਿਓ ਪਲੀਤਾ ਮਿਤਬ ਸ਼ਤਾਬੀ। ਔਰ ਜਦੋਂ ਪਲੀਤਾ ਭਰ ਕੇ ਚਲਾਇਆ ਹੈ, ਛੁੱਟੀ ਗਰਜ ਜਨ ਗਾਜ ਪਰੀ ਹੈ। ਸਾਧ ਸੰਗਤ ਜੀ, ਤੋਪ ਏਦਾਂ ਗਰਜੀ ਜਿਵੇਂ ਬਿਜਲੀ ਕੜਕਦੀ ਹੈ। ਬਹੁਤ ਭਿਆਨਕ ਆਵਾਜ਼ ਵਿੱਚ ਵੱਡੀ ਤੋਪ ਸੀਗੀ। ਔਰ ਉਹ ਜਗ੍ਹਾ ਜਿਹੜੀ ਹੈ ਨਾ, ਬਹੁਤ ਹੀ ਸੰਕਰੀ ਜੀ ਹੈ, ਸੌੜੀ ਹੈ। ਜਿੱਡਾ ਕੁ ਆਪ ਗੁਰੂ ਘਰ ਦਾ ਕਾਰਪੇਟ ਜਾਂ ਵਿਸ਼ਾ ਆਪਣੇ ਪਾਏਦਾਨ, ਇਦੋਂ ਵੀ ਛੋਟੀਆਂ ਛੋਟੀਆਂ ਗਲੀਆਂ ਨੇ। ਉਹਨਾਂ ਗਲੀਆਂ 'ਚ ਪਤਾ ਨਹੀਂ ਕਿਵੇਂ ਇਹ ਤੋਪ ਨੂੰ ਲੈ ਕੇ ਗਏ, ਬੜੇ ਔਖੇ ਸੌਖੇ ਕਰਕੇ। ਉਹ ਲੱਠ ਬੜੀ ਉੱਚੀ ਦਿਸਦੀ ਸੀ, ਉਹਨੂੰ ਇਹਨਾਂ ਨੇ ਗੋਲਾ ਮਾਰਿਆ। ਧਰਕਤ ਉਰਜ ਸ਼ਰਵਨ ਕਰੀ ਹੈ। ਕਹਿੰਦੇ ਧਰਤੀ ਕੰਬ ਗਈ ਕਾਸ਼ੀ ਦੀ। ਆਲੇ ਦੁਆਲੇ ਦੇ ਘਰਾਂ ਦੇ ਵਿੱਚ ਲੋਕ ਡਰ ਗਏ, ਕਿਉਂਕਿ ਤੋਪ ਐਨ ਬਾਜ਼ਾਰ ਦੇ ਵਿੱਚ, ਐਨ ਪਿੰਡ ਦੇ ਵਿੱਚ, ਸ਼ਹਿਰ ਦੇ ਵਿੱਚ ਆ ਗਈ ਹੈ। ਕਿਸੇ ਦਾ ਘਰ ਉੱਡ ਜਾਏ, ਕਿਸੇ ਦਾ ਕੀ ਹੋ ਜਾਵੇ। ਇਹਨਾਂ ਨੇ ਆਪਣੇ ਵੱਲੋਂ ਤਾਂ ਬੜੀ ਮੂਰਖਤਾ ਕੀਤੀ, ਪਰ ਇਹਨਾਂ ਨੂੰ ਕੀ ਲੱਗੇ, ਜਿਹੜੇ ਲੋਕ ਮਰਦੇ ਮਰਨ, ਹਿੰਦੂ ਹੀ ਰਹਿੰਦੇ ਸੀ ਉੱਥੇ। ਹਿੰਦੂਆਂ ਨੂੰ ਮਾਰਨਾ ਉਹਨਾਂ ਵਾਸਤੇ ਇੱਦਾਂ ਸੀ ਜਿਵੇਂ ਭੇਡ ਬੱਕਰੀ ਮਾਰ ਦਈਦੀ ਹੈ। ਤੋਪਾਂ ਦੇ ਨਾਲ ਉਸ ਭੈਰੋਂ ਦੀ ਲੱਠ ਨੂੰ ਉਡਾਣ ਲੱਗਾ ਔਰੰਗਜ਼ੇਬ। ਇੱਕ ਗੋਰਾ ਜਬ ਲੱਠ ਕੋ ਮਾਰਾ। ਜਦੋਂ ਪਹਿਲਾ ਗੋਲਾ ਲੱਠ ਨੂੰ ਮਾਰਿਆ ਹੈ, ਦੂਸਰ ਕਰਿਓ ਤਿਆਰ ਬੜ ਭਾਰਾ। ਨਾਲ ਦੀ ਨਾਲ ਤੋਪਚੀ ਨੇ ਦੂਜਾ ਗੋਲਾ ਪਾ ਕੇ ਬੰਦੂਕ ਤੋਪ ਜਿਹੜੀ ਤਿਆਰ ਕੀਤੀ ਹੈ। ਨਰ ਸੰਗਟ ਅਧਿਕ ਤਿਸ ਠੌਰ। ਕਿਉਂਕਿ ਉੱਥੇ ਭੀੜ ਬੜੀ ਸੀਗੀ, ਆਲੇ ਦੁਆਲੇ ਲੋਕ ਸਨ, ਰਹਿਣ ਵਾਲੇ ਦਾ ਜਿਹੜੇ ਰਹਿੰਦੇ ਸਨ, ਉਹਦੀਆਂ ਆਪਣੀਆਂ ਫੌਜਾਂ ਵੀ ਸਨ ਉੱਥੇ। ਵਿਖੈ ਖਰੇ ਇੱਕ ਨਿਕਸਿਓ ਭੌਰ। ਉਸ ਵੇਲੇ ਕੀ ਹੋਇਆ, ਕੁਦਰਤ ਦਾ ਇੱਕ ਕ੍ਰਿਸ਼ਮਾ ਉੱਥੇ ਪ੍ਰਮਾਤਮਾ ਨੇ ਵਰਤਾ ਦਿੱਤਾ ਵੀ ਜਦੋਂ ਦੂਜਾ ਗੋਲਾ ਚਲਾਉਣ ਲੱਗੇ, ਪਹਿਲਾ ਗੋਲਾ ਜਾ ਕੇ ਲੱਠ ਨੂੰ ਵੱਜਿਆ, ਇੱਕ ਵਾਰੀ ਤਾਂ ਹਿੱਲ ਗਈ, ਪਰ ਉਹਦੇ ਵਿੱਚੋਂ ਇੱਕ ਭੌਰਾ ਨਿਕਲਿਆ। ਸ਼ਾਹ ਸਮਾਜ ਸਾਥ ਜੈ ਠਾਂਡੋ। ਜਿੱਥੇ ਔਰੰਗਜ਼ੇਬ ਆਪਣੀ ਫੌਜ ਸਮੇਤ ਖੜਾ ਸੀ, ਕਰੈ ਬਿਲੋਕਨ ਦੁਸ਼ਟ ਜੋ ਗਾਡੋ। ਕਹਿੰਦੇ ਉੱਥੇ ਖੜ ਕੇ ਤਮਾਸ਼ਾ ਦੇਖ ਰਿਹਾ ਸੀ। ਗੁੰਜਾਰਤ ਕਰ ਬੇਗ ਵਿਸਾਲਾ। ਉਹ ਭੌਰਾ ਉੱਥੋਂ ਨਿਕਲ ਕੇ ਨਾ ਲੱਠ ਦੇ ਵਿੱਚੋਂ ਔਰੰਗਜ਼ੇਬ ਵੱਲ ਹੀ ਆਇਆ ਤੇ ਗੂੰਜਦਾ ਹੋਇਆ
ਆਪਣੀ ਗੁਜ਼ਾਰ ਕਰਦਾ ਹੋਇਆ ਪਹੁੰਚਿਆ। ਗਇਓ ਨਰੰਗੇ ਨਿਕਟ ਕਰਾਲਾ। ਉਹ ਸਿੱਧਾ ਹੀ ਦੌੜਿਆ, ਉੱਥੋਂ ਨਿਕਲਿਆ ਤੇ ਉੱਡਦਾ ਉੱਡਦਾ ਨਾ ਭੌਰਾ ਔਰੰਗੇ ਦੇ ਕੋਲ ਆ ਗਿਆ। ਲੱਠ ਤੇ ਨਿਕਸ ਉਡਤ ਪਾਇਸੇ। ਉਹ ਲੱਠ ਦੇ ਵਿੱਚੋਂ ਨਿਕਲਿਆ, ਇਸ ਤਰ੍ਹਾਂ ਉੱਡਦਾ ਆਇਆ ਜਿਵੇਂ ਗੋਲੀ ਆਉਂਦੀ ਹੈ, ਛੂਟੈ ਬਾਣ ਧਨਕ ਤੇ ਜੈਸੇ। ਜਾਂ ਕਮਾਨ ਚੋਂ ਤੀਰ ਨਹੀਂ ਨਿਕਲਦਾ, ਇਦਾਂ ਸ਼ੁਕਾਟੇ ਮਾਰਦਾ ਉਹ ਭੌਰਾ ਸਿੱਧਾ ਔਰੰਗਜ਼ੇਬ ਵੱਲ ਉੱਡਦਾ ਹੀ ਆਇਆ। ਤੁਰਕੇਸ਼ਰ ਕੇ ਸਨਮੁਖ ਗਇਓ। ਔਰੰਗਜ਼ੇਬ ਦੇ ਸਾਹਮਣੇ ਆ ਗਿਆ, ਉਹਦੇ ਮੂੰਹ ਦੇ ਸਾਹਮਣੇ ਲਗਿਓ ਬਦਨ ਪਰ ਬਾਢਨ ਕਇਓ। ਉਹਨੇ ਆ ਕੇ ਔਰੰਗਜ਼ੇਬ ਦੇ ਮੱਥੇ 'ਚ ਡੰਗ ਮਾਰਿਆ, ਉਹਦੇ ਮੂੰਹ ਤੇ ਡੰਗ ਮਾਰਿਆ। ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਅਬਦਾਲੀ ਤੋਪਾਂ ਨਾਲ ਉਡਾਣ ਲੱਗਾ ਤੇ ਇੱਟ ਉੱਡ ਕੇ ਉਹਦੇ ਮੂੰਹ ਤੇ ਵੱਜੀ ਸੀਗੀ, ਤੇ ਉਹਨੂੰ ਇਹ ਅਹਿਸਾਸ ਕਰਾਤਾ ਸੀ ਵੀ ਇਹ ਪਵਿੱਤਰ ਗੁਰੂ ਰਾਮਦਾਸ ਦੇ ਦਰਬਾਰ ਦੀ ਬੇਅਦਬੀ ਦਾ ਤੈਨੂੰ ਫਲ ਮਿਲਿਆ। ਭਾਵੇਂ ਉਹ ਸਮਝਿਆ ਕਿ ਨਾ ਸਮਝਿਆ, ਪਰ ਮਰ ਉਸੇ ਪੀੜਾ ਦੇ ਨਾਲ ਅਬਦਾਲੀ ਗਿਆ ਸੀਗਾ। ਸੋ ਭੌਰਾ ਨਿਕਲਿਆ ਲੱਠ ਵਿੱਚੋਂ, ਔਰੰਗਜ਼ੇਬ ਦੇ ਮੂੰਹ ਤੇ ਆ ਡੰਗਿਆ ਉਸਨੇ। ਬੁਰਕ ਭਰਿਓ ਤਿਸ ਆ ਮਹਿਕੇਰਾ। ਔਰੰਗਜ਼ੇਬ ਦੇ ਮੂੰਹ ਦਾ ਉਹਨੇ ਬੁਰਕਾ ਭਰ ਲਿਆ, ਭਾਵ ਬੁੜਕਾ ਕਹਿੰਦੇ ਆ ਵੀ ਉਹਨੇ ਚੱਕ ਮਾਰਿਆ ਉਹਦੇ ਮੂੰਹ ਤੇ। ਜਿਸ ਤੇ ਉਪਜਿਓ ਕਸ਼ਟ ਵਡੇਰਾ। ਕਹਿੰਦੇ ਔਰੰਗਜ਼ੇਬ ਨੂੰ ਬੜਾ ਭਾਰੀ ਕਸ਼ਟ ਹੋਇਆ। ਬਲ ਤੇ ਹਤਿਓ ਹਾਥ ਤੇ ਸਤਾਈ। ਕਹਿੰਦੇ ਬਲ ਦੇ ਨਾਲ ਔਰੰਗਜ਼ੇਬ ਨੇ ਸਾਧ ਸੰਗਤ ਜੀ ਉਹਨੂੰ ਪਰਾਂ ਕਰਨ ਦੀ ਕੋਸ਼ਿਸ਼ ਕੀਤੀ, ਲਗਨ ਨਾ ਪਾਇਓ ਉਡਿਓ ਪਲਾਏ। ਪਰ ਜਿੰਨੇ ਚਿਰ ਨੂੰ ਔਰੰਗਜ਼ੇਬ ਦਾ ਹੱਥ ਉਸ ਭੌਰੇ ਤੱਕ ਜਾਣਾ ਸੀ ਉਹ ਉੱਡ ਗਿਆ, ਉਹਦੇ ਹੱਥੀ ਨਹੀਂ ਆਇਆ। ਮੁਖ ਸਗਰੇ ਪਰ ਸੋਜ ਬੜੀ ਹੈ। ਤੇ ਉਹ ਕਾਲਾ ਭੌਰਾ ਜਦੋਂ ਲੜਿਆ ਜ਼ਰੀਲਾ, ਉਹਦੇ ਨਾਲ ਉਹਦੇ ਚਿਹਰੇ ਤੇ ਸਾਰੇ ਸੋਜਸ ਆ ਗਈ, ਮੂੰਹ ਸੁੱਜ ਗਿਆ ਔਰੰਗਜ਼ੇਬ ਦਾ। ਬਸ ਨਾ ਬਸਾਵੇ ਬ੍ਰਿਥਾ ਬੜੀ ਹੈ। ਹੁਣ ਇਹਦੀ ਭੌਰੇ ਦੀ ਜਿਹੜਾ ਡੰਗ ਹੈ ਨਾ, ਇਹ ਪੀੜ ਬੜੀ ਦਿੰਦਾ ਹੈ, ਬਹੁਤ ਪੀੜਾ ਔਰੰਗੇ ਨੂੰ ਹੋਈ ਹੈ। ਇਤਨੇ ਮੈਂ ਦੂਸਰ ਬੜ ਗੋਰਾ। ਇਹਨੇ ਨੂੰ ਦੂਜਾ ਗੋਲਾ ਭਰ ਕੇ ਇਹਨਾਂ ਨੇ ਤੋਪਚੀਆਂ ਨੇ ਚਲਾ ਦਿੱਤਾ। ਛੁੱਟ ਕਰ ਗਇਓ ਸੋ ਲੱਠ ਕੀ ਓਰਾ। ਗੋਲਾ ਵਿੱਚੋਂ ਨਿਕਲ ਕੇ ਲੱਠ ਦੇ ਵਿੱਚ ਵੱਲ ਜਾ ਗਿਆ। ਲਗੇ ਸ਼ਬਦ ਪਾ ਅਤਸ਼ੈ ਗੱਜ। ਜਦੋਂ ਦੂਜਾ ਗੋਲਾ ਲੱਠ ਨੂੰ ਵੱਜਾ ਤੇ ਬੜੀ ਭਿਆਨਕ ਆਵਾਜ਼ ਆਈ। ਜਿਸ ਤੇ ਧਰਕਿਓ ਦਿੱਲੀ ਰਾਜਾ। ਕਹਿੰਦੇ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਆਪ ਵੀ ਦਹਿਲ ਗਿਆ, ਇੰਨੀ ਆਵਾਜ਼ ਸੀਗੀ ਤੋਪ ਦੇ ਗੋਲੇ ਦੀ ਜਦੋਂ ਲੱਠ ਵਿੱਚ ਵੱਜਿਆ। ਤਬ ਤਿਸ ਲੱਠ ਸੇ ਨਿਕਸੇ ਭੌਰ। ਉਸ ਵੇਲੇ ਫਿਰ ਦੂਜਾ ਕ੍ਰਿਸ਼ਮਾ ਇਹ ਵਰਤਿਆ ਵੀ ਇੱਕ ਨਹੀਂ ਫਿਰ ਸੈਂਕੜੇ ਹਜ਼ਾਰਾਂ ਭੌਰੇ ਉਸ ਲੱਠ ਵਿੱਚੋਂ ਨਿਕਲੇ ਹਨ। ਠੌਰ ਠੌਰ ਦੌਰਤ ਕਰ ਰੌਰ। ਤੇ ਉਹ ਫਿਰ ਆਪਣੀ ਗੁੰਜਾਰ ਕਰਦੇ ਹੋਏ ਥਾਂ ਥਾਂ ਤੇ ਉੱਡਣ ਲੱਗ ਪਏ। ਜਿਵੇਂ ਸਾਧ ਸੰਗਤ ਜੀ ਆਪਾਂ ਪਿੰਡਾਂ 'ਚ ਕਈ ਵਾਰੀ ਪੰਜਾਬ 'ਚ ਦੇਖਦੇ ਆ, ਭਿੰਡਾਂ ਦਾ ਖੱਖਰ ਨਹੀਂ ਛੇੜ ਲੈਂਦੇ, ਉਹ ਪੀੜੀਆਂ ਜੀਆਂ ਖੱਖਰਾਂ ਭਿੰਡਾਂ ਹੁੰਦੀਆਂ, ਕੋਈ ਨਿਆਣਾ ਐਵੇਂ ਛੇੜ ਪਵੇ ਉਹ ਫਿਰ ਪੈ ਜਾਂਦੀਆਂ। ਇੱਦਾਂ ਉਹ ਲੱਠ ਵਿੱਚੋਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਭਿੰਡਾਂ ਵਗੈਰਾ ਸੀ ਉਹ ਬਹੁਤ ਨਿਕਲੀਆਂ ਹਨ। ਬਾਡੈ ਨਰਨ ਤੰਦਈਏ ਫਿਰੇ। ਤੰਦਈਆ ਵੀ ਕਹਿ ਦਿੰਦੇ ਨੇ, ਭਿੰਡ ਵੀ ਕਹਿ ਦਿੰਦੇ ਨੇ, ਹੋਰ ਇੱਦਾਂ ਦੇ ਭੌਰੇ ਤੇ ਉੱਡਣ ਵਾਲੇ ਜ਼ਰੀਲੇ ਜਿਹੜੇ ਜੀਵ ਹੁੰਦੇ ਨੇ, ਉਹ ਉੱਡ ਉੱਡ ਕੇ ਔਰੰਗਜ਼ੇਬ ਦੀਆਂ ਫੌਜਾਂ ਨੂੰ ਵੱਢਣ ਲੱਗੇ ਹਨ। ਸੂਜੈ ਮੁਖ ਬੋ ਸੰਕਟ ਭਰੈ। ਤੇ ਨਾਲ ਦੀ ਨਾਲ ਹੀ ਮੂੰਹ ਸੁੱਜਣ ਲੱਗ ਪਏ ਤੁਰਕਾਂ ਦੇ। ਕੁਛ ਉਪਚਾਰ ਸਕੈ ਨ ਹੋਏ। ਕੋਈ ਉਪਚਾਰ ਕੋਈ ਇਲਾਜ ਨਹੀਂ ਹੋ ਸਕਦਾ। ਹੁਣ ਉਹ ਗਲੀਆਂ ਵੀ ਛੋਟੀਆਂ ਛੋਟੀਆਂ, ਭੱਜਣ ਕਿੱਧਰ, ਉਹ ਇੰਨੀਆਂ ਭਿੰਡਾਂ ਹੋ ਗਈਆਂ ਵੀ ਬਨਾਰਸ ਦੇ ਬਾਜ਼ਾਰਾਂ ਦੇ ਵਿੱਚ ਤੁਰਕਾਂ ਦਾ ਉਹਨਾਂ ਨੇ ਬੁਰਾ ਹਾਲ ਕਰ ਦਿੱਤਾ। ਦੌਰੇ ਫਿਰੇ ਤਰਸਤ ਸਭ ਕੋਏ। ਇਹ ਦੌੜੇ ਫਿਰਦੇ ਨੇ ਭੈ ਭੀਤ ਹੋ ਕੇ ਔਰੰਗੇ ਦੇ ਸਿਪਾਹੀ। ਭਿਰੜ ਤੰਦਈਏ ਬ੍ਰਿੰਦ ਫਿਰੰਤੇ। ਭਰਿੰਡਾਂ ਤੰਦਈਏ ਭੌਰੇ ਬਹੁਤ ਫਿਰਦੇ ਹਨ। ਲਸ਼ਕਰ ਪਰ ਦੋਰੇ ਮੁਖ ਹੰਤੇ। ਤੇ ਉਹ ਸਾਰੇ ਇਹਨਾਂ ਦੀ ਫੌਜ ਨੂੰ ਟੁੱਕਦੇ ਨੇ, ਵੱਢਦੇ ਨੇ, ਡੰਗ ਮਾਰਦੇ ਨੇ। ਕਹਾਂ ਕਹਾਂ ਉੱਡ ਕਰ ਡਸ ਲੇਤ। ਉੱਡ ਉੱਡ ਕੇ ਡੰਗ ਮਾਰ ਲੈਂਦੇ ਨੇ। ਸੂਜੇ ਮੁਖ ਬੋ ਅੰਗ ਸਮੇਤ। ਕਿਸੇ ਦੇ ਮੂੰਹ ਤੇ, ਕਿਸੇ ਦੇ ਮੱਥੇ ਤੇ, ਕਿਸੇ ਦੀ ਗਰਦਨ 'ਚ, ਕਿਸੇ ਦੇ ਹੱਥ ਤੇ, ਕਿਸੇ ਦੀ ਬਾਂਹ ਤੇ, ਕਿਸੇ ਦੇ ਜਿੱਥੇ ਵੀ ਥਾਂ ਵੇਖਦੇ ਨੇ ਉਹ ਡੰਗ ਮਾਰ ਜਾਂਦੇ ਨੇ। ਕਰਾਂ ਤੁਰਕ ਪਦ ਕੀ ਰਖਵਾਰੀ। ਜਿਹੜੇ ਬਾਦਸ਼ਾਹ ਔਰੰਗਜ਼ੇਬ ਦੇ ਬਾਡੀਗਾਰਡ ਸਨ, ਉਹਦੇ ਰਾਖੀ ਕਰਨ ਵਾਲੇ ਅੰਗ ਰੱਖਿਅਕ ਸਨ, ਵਸਤਰਨ ਸਾਥ ਪ੍ਰਹਾਰੈ ਟਾਰੀ। ਉਹ ਕੱਪੜਿਆਂ ਦੇ ਨਾਲ ਇਦਾਂ ਇਦਾਂ ਕਰਦੇ ਵੀ ਔਰੰਗਜ਼ੇਬ ਨੂੰ ਹੋਰ ਨਾ ਕੋਈ ਤੰਦਈਆ ਲੜ ਜਾਵੇ।
ਪਰ ਉਹ ਤੰਦਈਏ ਕਿੱਥੇ ਰੁਕਦੇ ਆ, ਭਿੰਡਾਂ ਤਾਂ ਕਿੱਥੇ ਕਾਬੂ ਆਉਂਦੀਆਂ ਨੇ। ਦਾਸ ਸੈਂਕੜੇ ਹੱਥ ਭਰਮਾਵੈ, ਕਹਿੰਦੇ ਸੈਂਕੜੇ ਹੀ ਸਿਪਾਹੀ ਏਦਾਂ ਏਦਾਂ ਹੱਥ ਕਰਦੇ, ਜਿੰਨੇ ਹੱਥ ਕਰਦੇ ਉਹਨੀਆਂ ਭਿੰਡਾਂ ਜ਼ਿਆਦਾ ਜਾਗਦੀਆਂ ਨੇ। ਮਾਰੈ ਦੌੜੈ ਰੋਰ ਮਚਾਵੈ, ਕਹਿੰਦੇ ਦੌੜਦੇ ਫਿਰਦੇ ਨੇ, ਰੌਲਾ ਪਾਉਂਦੇ ਨੇ, ਬਚਾਓ ਬਚਾਓ ਕਰਦੇ ਨੇ। ਕੇਤ ਕੀ ਪਗਿਆ ਗਿਰ ਪਰੀ, ਕਈ ਤੇ ਤੁਰਕਾਂ ਦੀਆਂ ਪੱਗਾਂ ਹੀ ਸਿਰ ਤੋਂ ਡਿੱਗ ਪਈਆਂ। ਸ਼ਸਤਰ ਬਸਤਰ ਕੀ ਸੁਧ ਨਾ ਸੰਭਰੀ, ਆਪਣੇ ਸ਼ਸਤਰਾਂ ਬਸਤਰਾਂ ਦੀ ਸੁੱਧ ਬੁੱਧ ਵੀ ਗਵਾ ਬੈਠੇ। ਲਸ਼ਕਰ ਕੇ ਨਰ ਰੋਰਾ ਕਰਿਓ, ਔਰੰਗੇ ਦੇ ਲਸ਼ਕਰ 'ਚ ਰੌਲਾ ਪੈ ਗਿਆ। ਦਲ ਤੰਦਈਨ ਆਏ ਸੋ ਪਰਿਓ, ਕਹਿੰਦੇ ਤੰਦਈਆਂ ਦਾ ਭਰਿੰਡਾਂ ਦਾ ਦਲ ਆ ਗਿਆ। ਐਸੀ ਕਲਾ ਪਰਮੇਸ਼ਰ ਦੀ ਵਰਤੀ ਕਿ ਜਿਹੜੇ ਉਹ ਭੈਰੋਂ ਦੀ ਲੱਠ ਨੂੰ ਤੋੜਨ ਗਏ ਸਨ ਜਾਂ ਉਹ ਮੰਦਰ ਨੂੰ ਢਾਣ ਗਏ ਸਨ, ਉਹਨਾਂ ਨੂੰ ਆਪਣੀਆਂ ਜਾਨਾਂ ਬਚਾਉਣੀਆਂ ਔਖੀਆਂ ਹੋ ਗਈਆਂ। ਇਸ ਪ੍ਰਕਾਰ ਨਾਲ ਸਾਧ ਸੰਗਤ ਜਿਨ੍ਹਾਂ ਦੀ ਦੁਰਦਸ਼ਾ ਹੋਈ ਸੀ, ਉਹ ਕਥਾ ਆਪਾਂ ਸਰਵਣ ਕਰਾਂਗੇ। ਔਰੰਗਜ਼ੇਬ ਨੇ ਇੱਕ ਨਹੀਂ ਹਜ਼ਾਰਾਂ ਹੀ ਪਾਪ ਕੀਤੇ ਨੇ, ਤੇ ਇਹ ਹਿੰਦੂ ਮੰਦਰਾਂ ਵੱਲੋਂ ਤੇ ਸੂਫੀ ਸੰਤਾਂ ਵੱਲੋਂ, ਹੋਰ ਕਈ ਮਹਾਂਪੁਰਸ਼ਾਂ ਵੱਲੋਂ ਵਿਹਲਾ ਹੋ ਕੇ ਹੁਣ ਗੁਰੂ ਹਰਿਰਾਏ ਸਾਹਿਬ ਵੱਲ ਮੂੰਹ ਕਰੇਗਾ ਤੇ ਗੁਰੂ ਸਾਹਿਬ ਨੂੰ ਚਿੱਠੀ ਲਿਖੇਗਾ ਵੀ ਤੁਸੀਂ ਮੇਰੇ ਦਰਬਾਰ 'ਚ ਪੇਸ਼ ਹੋਵੋ, ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਗੱਲਬਾਤ ਕੀ ਕਰਨੀ ਵੀ ਤੁਸੀਂ ਮੇਰੇ ਭਰਾ ਦੀ ਮਦਦ ਕਿਉਂ ਕੀਤੀ ਹੈ, ਦਾਰਾ ਸ਼ਿਕੋਹ ਦੀ ਮਦਦ ਕਿਉਂ ਕੀਤੀ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਸੱਤਵੇਂ ਪਾਤਸ਼ਾਹ ਜੀ ਆਪਣੇ ਸਾਹਿਬਜ਼ਾਦੇ ਵੱਡੇ ਪੁੱਤਰ ਬਾਬਾ ਰਾਮ ਰਾਏ ਜੀ ਨੂੰ ਭੇਜਣਗੇ। ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।